ਸ੍ਰੀ ਵਾਹਿਗੁਰੂ ਜੀ। ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਹਿ। ਹੱਥ ਤਾ ਪਰ ਸਕਿਆਥ, ਹੱਥ ਲਗਹਿ ਗੁਰ ਅਮਰ ਪੈ। ਜਿਹੀ ਤਾ ਪਰ ਸਕਿਆਥ, ਜਿਹੀ ਗੁਰ ਅਮਰ ਭਣਿਜੈ। ਨੈਣ ਤਾ ਪਰ ਸਕਿਆਥ, ਨੈਣ ਗੁਰ ਅਮਰ ਪਖਿਜੈ। ਸਰਵਣ ਤਾ ਪਰ ਸਕਿਆਥ, ਸਰਵਣ ਗੁਰ ਅਮਰ ਸੁਨਿਜੈ। ਸਕਿਆਥ ਸੋ ਹੀਉ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਹਿ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਰਬੱਤ ਸੰਗਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰ ਹੋ ਕਰਕੇ ਰੋਜ਼ਾਨਾ ਹੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਪ੍ਰਾਪਤ ਕਰਦੇ ਹੋ। ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜਦੋਂ ਦੇ ਜੋ ਦੀਵਾਨ ਸਜਦੇ ਹਨ, ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਅੱਜ ਵੀ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਦਰਸ਼ਨ ਬਖਸ਼ਿਸ਼ ਕੀਤੇ। ਗੁਰਬਾਣੀ ਦੇ ਕੀਰਤਨ, ਗੁਰਬਾਣੀ ਦੇ ਪਾਠ ਬਖਸ਼ਿਸ਼ ਹੋਏ। ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਤੀਸਰੇ ਪਾਤਸ਼ਾਹ ਜਗਤ ਪਿਤਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਈਏ ਭੱਟਾਂ ਵੱਲੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕੀਰਤੀ ਨੂੰ ਗਾਉਂਦਿਆਂ ਹੋਇਆਂ ਉਚਾਰਨ ਕੀਤੇ ਗਏ, ਜਿਨ੍ਹਾਂ ਦੀ ਪਾਵਨ ਕਥਾ ਵਿਚਾਰ ਚੱਲ ਰਹੀ ਹੈ। ਸਾਰੀ ਸੰਗਤ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਸੰਸਾਰ ਤੋਂ ਜਗਤ ਦਾ ਉਧਾਰ ਕਰਨ ਵਾਸਤੇ ਪ੍ਰਭੂ ਵੱਲੋਂ ਪਰਮਾਤਮਾ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਮਹਾਰਾਜ ਦੀ ਰਸਨਾ 'ਤੇ ਬਖਸ਼ਿਸ਼ ਹੋਇਆ ਹੈ, ਸਫੁਰਨ ਹੋਇਆ ਹੈ। ਉਸੇ ਨਾਮ ਕਰਕੇ ਸਤਿਗੁਰੂ ਜਗਤ ਜੀਵਾਂ ਦਾ ਉਧਾਰ ਕਰ ਰਹੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਖੱਬੇ ਹੱਥ ਵਿੱਚ ਸਾਧ ਸੰਗਤ ਕਵਲ ਫੁੱਲ ਹੈ, ਭਾਵ ਕੇ ਪਦਮ ਹੈ। ਸਤਿਗੁਰੂ ਸਾਹਿਬ ਜੀ ਦੇ ਸਿੱਧੀਆਂ ਸਨਮੁਖ ਰਹਿੰਦੀਆਂ ਨੇ ਹੱਥ ਜੋੜ ਕੇ। ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਖੱਬੇ ਪਾਸੇ ਰਿੱਧੀਆਂ ਸਿੱਧੀਆਂ ਨੇ, ਸੱਜੇ ਪਾਸੇ ਕਵਲ ਦਾ ਫੁੱਲ ਪਦਮ ਹੈ। ਜੋ ਇਹ ਤਾਕਤਾਂ, ਇਹ ਮਾਇਆ ਦੀਆਂ ਸ਼ਕਤੀਆਂ ਤਿੰਨਾਂ ਲੋਕਾਂ ਨੂੰ ਮੋਹ ਰਹੀਆਂ ਨੇ, ਤਾਂ ਸਤਿਗੁਰੂ ਜੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਏਡੇ ਨਿਰਲੇਪ ਨੇ ਕਿ ਜਗਤ ਦੇ ਲੋਕਾਂ ਦੇ ਤਾਂ ਹਿਰਦਿਆਂ ਦੇ ਵਿੱਚ ਮਾਇਆ ਵਸਦੀ ਹੈ, ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਤਾਂ ਹਿਰਦੈ ਬਸੈ ਆ ਕਹੀਓ। ਜੋ ਅਕਥ ਅਕਹਿ ਪਰਮਾਤਮਾ ਹੈ, ਉਹ ਸਤਿਗੁਰੂ ਦੇ ਹਿਰਦੇ ਵਿੱਚ ਵਸਦਾ ਹੈ। ਜਗਤ ਦੇ ਮਨ ਅੰਦਰ ਮਾਇਆ ਦਾ ਹੀ ਨਿਵਾਸ ਹੈ। ਸਤਿਗੁਰੂ ਦੇ ਕੋਲ ਰਿੱਧੀਆਂ ਸਿੱਧੀਆਂ ਤਾਕਤਾਂ ਨੇ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਸਾਹਿਬ ਜੀ ਦਾ ਵੱਡਾ ਲੰਗਰ ਚੱਲਦਾ, ਮਹਾਨ ਸੇਵਾ ਚੱਲਦੀ ਹੈ। ਇਹ ਸੇਵਕਾ ਬਣ ਕਰਕੇ, ਦਾਸੀਆਂ ਬਣ ਕਰਕੇ ਹੱਥ ਜੋੜ ਕੇ ਮਹਾਰਾਜ ਨੂੰ ਲੋਚਦੀਆਂ ਸਤਿਗੁਰੂ ਸੇਵਾ ਵਿੱਚ ਲਾ ਲਓ। ਤਾਂ ਸਤਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਰੰਗੇ ਹੋਏ ਗਰੀਬ ਨਵਾਜ ਸਤਿਗੁਰੂ ਜਗਤ ਦਾ ਉਧਾਰ ਕਰਨ ਵਾਲੇ ਹਨ। ਆਓ ਜੋ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਡਿਆਈ ਦੇ ਵਿੱਚ ਭੱਟ ਸਾਹਿਬ ਬੜੇ ਪਿਆਰ ਸਤਿਕਾਰ ਨਾਲ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਸਿਰ ਝੁਕਾਉਂਦੇ ਆ ਔਰ ਵਡਿਆਈ ਕਰਦੇ ਨੇ। ਸਾਰੀ ਸੰਗਤ ਸਰਵਣ ਕਰੋ, ਕਥਾ ਦੇ ਦੁਆਰਾ ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ।
ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਹਿ। ਭੱਟ ਸਾਹਿਬ ਕਹਿਣ ਲੱਗੇ ਚਰਨ ਜਿਹੜੇ ਪੈਰ ਨੇ ਮਨੁੱਖ ਦੇ, ਇਹ ਸਕਿਆਥ ਸਫਲੇ ਕਿੱਥੇ ਹੁੰਦੇ ਨੇ, ਕਿਵੇਂ ਸਫਲਤਾ ਹੈ? ਤਾਂ ਪਰ ਸਕਿਆਥ, ਕਹਿੰਦੇ ਤਾਂ ਸਕਿਆਥ ਹੈ, ਤਾਂ ਸਫਲ ਨੇ ਜੇਕਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਲ ਰਸਤੇ ਦੇ ਵਿੱਚ ਇਹ ਪੈ ਜਾਣਾ ਕਰਨ। ਪਵਲ ਰਹਿ, ਮਹਾਰਾਜ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਹੈ, ਸਤਿਗੁਰੂ ਦੇ ਦਰਸ਼ਨਾਂ ਨੂੰ ਜਿਹੜਾ ਮਾਰਗ ਜਾਂਦਾ, ਉਸ ਰਸਤੇ 'ਤੇ ਇਹ ਪੈਰ ਪੈ ਜਾਣ ਤਾਂ ਫਿਰ ਇਹ ਸਕਿਆਥ ਪਵਿੱਤਰ ਹੁੰਦੇ ਨੇ। ਨਹੀਂ ਤਾਂ ਸਾਧ ਸੰਗਤ ਦੇ ਪੈਰ ਨਿਸ਼ਫਲ ਨੇ, ਅਕਾਰਥ ਹੀ ਹਨ। ਜਿਹੜਾ ਸਿੱਖ ਗੁਰੂ ਸਾਹਿਬ ਦੇ ਦਰਬਾਰ ਨੂੰ ਆਉਂਦਾ, ਦਰਸ਼ਨਾਂ ਨੂੰ ਆਉਂਦਾ, ਉਹਦੇ ਚਰਨ ਸਕਿਆਥ ਹੁੰਦੇ ਨੇ। ਹੱਥ ਤਾਂ ਪਰ ਸਕਿਆਥ, ਹੱਥ ਲੱਗੈ ਗੁਰ ਅਮਰ ਪੈ। ਮਨੁੱਖ ਦੇ ਇਹ ਹੱਥ ਜਿਹੜੇ ਪ੍ਰਮਾਤਮਾ ਨੇ ਦਿੱਤੇ ਹੋਏ ਨੇ, ਇਹ ਹੱਥ ਕਿੱਦਾਂ ਸਫਲੇ ਹੁੰਦੇ ਨੇ? ਹੱਥ ਤਾਂ ਹੀ ਸਕਿਆਥ ਸਫਲ ਨੇ ਜੇਕਰ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨੂੰ ਇਹ ਲੱਗ ਜਾਂਦੇ ਨੇ, ਸਪਰਸ਼ ਕਰ ਲੈਂਦੇ ਨੇ। ਜਿਹੀ ਤਾਂ ਪਰ ਸਕਿਆਥ, ਜਿਹੀ ਗੁਰ ਅਮਰ ਭਣਿਜੈ। ਜੀਵਾ ਜ਼ੁਬਾਨ ਸਕਿਆਥ ਸਫਲੀ ਤਦ ਹੈ ਜੇਕਰ ਸਾਰੇ ਕਹੋ ਇੱਕ ਵਾਰੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪਣੀ ਜ਼ੁਬਾਨ ਤੋਂ ਜਦੋਂ ਸਿੱਖ ਕਹੇਗਾ, ਉਦੋਂ ਇਹ ਜ਼ੁਬਾਨ ਸਫਲੀ ਹੈ। ਨੈਣ ਤਾਂ ਪਰ ਸਕਿਆਥ, ਨੈਣ ਗੁਰ ਅਮਰ ਪਖਿਜੈ। ਨੇਤਰ ਅੱਖਾਂ ਕਦੋਂ ਸਫਲੀਆਂ ਨੇ? ਮਹਾਰਾਜ ਦੇ ਸਾਧ ਸੰਗਤ ਜੇਕਰ ਦਰਸ਼ਨ ਕਰਦੀਆਂ ਨੇ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪ੍ਰਾਪਤ ਕਰਨ। ਸਰਵਣ ਤਾਂ ਪਰ ਸਕਿਆਥ, ਸਰਵਣ ਗੁਰ ਅਮਰ ਸੁਨਿਜੈ। ਇਹ ਕੰਨ ਕਦੋਂ ਸਫਲੇ ਹੁੰਦੇ ਨੇ? ਕੰਨਾਂ ਦੀ ਸਫਲਤਾ ਇਸੇ ਵਿੱਚ ਹੀ ਹੈ ਕਿ ਜੇਕਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਨਾਮ ਨੂੰ, ਸਤਿਗੁਰੂ ਦੇ ਜਸ ਨੂੰ, ਵਡਿਆਈ ਨੂੰ ਸੁਣਨ। ਸਕਿਆਥ ਸੋ ਹੀਓ ਜਿਤ ਹੀ ਬਸੈ। ਸਕਿਆਥ ਕਿਹੜਾ ਹਿਰਦਾ ਸਕਿਆਥ ਹੈ, ਸਫਲਾ ਹੈ? ਉਹ ਹਿਰਦਾ ਸਫਲ ਹੈ ਜਿਸ ਹਿਰਦੇ ਦੇ ਵਿੱਚ ਵਸਦੇ ਨੇ ਕੌਣ? ਗੁਰ ਅਮਰਦਾਸ ਨਿਜ ਜਗਤ ਪਿਤ। ਜਗਤ ਪਿਤਾ, ਇਸ ਜਗਤ ਦੇ ਸੰਸਾਰ ਦੇ ਪਿਤਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਵਿੱਚ, ਜਿਸ ਹਿਰਦੇ ਵਿੱਚ ਮਨ ਵਿੱਚ ਵਸਦੇ, ਉਹ ਹਿਰਦਾ ਵੀ ਸਫਲਾ ਹੈ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਭੱਟ ਜਾਲਪ ਸਾਹਿਬ ਜੀ ਕਹਿ ਰਹੇ ਨੇ, ਪਹਿਲੇ 9 ਸਵਈਆਂ ਤੱਕ ਭੱਟ ਕਲ ਜੀ ਨੇ ਸਵਈਏ ਕਹੇ ਸੀ, ਹੁਣ ਜਾਲਪ ਜੀ ਦਾ ਇਹ ਸਵਈਆ ਹੈ। ਜਾਲਪ ਭੱਟ ਜੀ ਕਹਿੰਦੇ ਨੇ ਉਹ ਸਿਰ ਸਕਿਆਥ ਸਫਲਾ ਹੈ, ਜਿਹੜਾ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਆਣ ਕਰਕੇ ਨਿਉਂਦਾ ਹੈ, ਨਮਸਕਾਰ ਕਰਦਾ ਹੈ। ਗੁਰੂ ਅਮਰਦਾਸ ਸਾਹਿਬ ਜੀ ਪਿਤਾ ਜੀ ਕਿਤੇ ਗਏ ਨਹੀਂ, ਬਾਣੀ ਰੂਪ ਦੇ ਵਿੱਚ ਸਾਡੇ ਕੋਲ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੀ ਹਨ। ਜਿਹੜਾ ਸਤਿਗੁਰੂ ਦੀ ਬਾਣੀ ਨੂੰ ਸੁਣਦਾ ਉਹਦੇ ਕੰਨ ਸਫਲ ਨੇ। ਜਿਹੜਾ ਸਤਿਗੁਰੂ ਨੂੰ ਯਾਦ ਕਰਕੇ ਸਤਿਗੁਰੂ ਦੇ ਚਰਨਾਂ 'ਤੇ ਸਿਰ ਝੁਕਾਉਂਦਾ ਹੈ, ਉਹਦਾ ਮੱਥਾ ਸਿਰ ਸਫਲ ਹੁੰਦਾ ਹੈ, ਪੈਰ ਸਫਲ ਹੁੰਦੇ ਨੇ ਗੁਰੂ ਦਰਸ਼ਨ ਨਾਲ। ਸਕਿਆਥ ਸੋ ਸਿਰ ਜਾਲਪ ਭਣੈ। ਸਾਧ ਸੰਗਤ ਤੋਂ ਸਿਰ ਜਿਹੜਾ ਹੈ ਸਫਲਾ ਹੈ। ਧ੍ਰਿਗ ਸਿਰ ਜੋ ਗੁਰੂ ਨਾਨਵੈ, ਗੁਰ ਲੱਗੈ ਨਾ ਚਰਨੀ। ਉਹ ਸਿਰ ਧ੍ਰਿਗਾਕਾਰ ਹੈ ਜਿਹੜਾ ਗੁਰੂ ਚਰਨਾਂ ਦੇ ਮੱਥਾ ਨਹੀਂ ਕਰਦਾ, ਨਮਸਕਾਰ ਨਹੀਂ ਕਰਦਾ। ਇਹ ਸਾਰੀ ਹੀ ਮਨੁੱਖਾਂ ਦੇ ਹੀ ਸਾਧ ਸੰਗਤ ਇਸੇ ਤਰ੍ਹਾਂ ਹੀ ਸਫਲਤਾ ਪ੍ਰਾਪਤ ਕਰਦੀ ਹੈ। ਨਹੀਂ ਤਾਂ ਸਾਧ ਸੰਗਤ ਜਿਨ੍ਹਾਂ ਉੱਪਰ ਸਤਿਗੁਰੂ ਦੀ ਕੋਈ ਪ੍ਰਸੰਨਤਾ ਨਹੀਂ ਹੈ, ਬਖਸ਼ਿਸ਼ ਪ੍ਰਾਪਤ ਨਹੀਂ ਹੈ ਜਿਨ੍ਹਾਂ ਨੂੰ, ਉਹ ਕਦੇ ਵੀ ਸੰਸਾਰ ਦੇ ਵਿੱਚ ਸਫਲ ਨਹੀਂ ਹੋ ਸਕਦੇ। ਸੰਸਾਰ ਦੇ ਉੱਪਰ ਆਏ ਹੋਏ ਉਹ ਇਸੇ ਤਰ੍ਹਾਂ ਆਵਾਗਮਨ ਦੇ ਚੱਕਰ ਵਿੱਚ ਪੈ ਕਰਕੇ ਜੰਮਦੇ ਮਰਦੇ ਰਹਿੰਦੇ ਨੇ। ਗੁਰੂ ਸ਼ਰਨ ਦੇ ਵਿੱਚ ਆਉਣ ਕਰਕੇ ਸਤਿਗੁਰੂ ਸਾਹਿਬ ਦੀ ਪਾਵਨ ਪਵਿੱਤਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
इस तरह भट्ट साहब जी ने बेनती की कि सतगुरु गुरु अमरदास साहब सच्चे पातशाह महाराज दे चरनां विच आउण करके सिखां दी कल्याण हुंदी है और सफलता हुंदी है। सतगुरु श्री गुरु अमरदास साहब सच्चे पातशाह जी गरीब नवाज दीन दुनिया दे मालक सतगुरु साहब जी दे चरनां दे विच जिहड़े सिखां ने साध संगत आण करके सेवा कीती है, उन्हां नूं की कुछ प्राप्त होया। साध संगत इत्थे भट्ट साहब हुण कह रहे ने, ते नर दुख नह भुख। उन्हां लोगां नूं साध संगत जी ना तां दुख ही लगदे ने ते ना ही किसी प्रकार की कोई भुख रह जाती है। ते नर ने धन नहो कहीए, उन्हां लोकां नूं निरधन कंगाल गरीब नहीं कहा जाता। किहड़े लोग साध संगत, पहलां ही मैं आप जी नूं कह देवां, जालप भणै गुर अमरदास सो प्रसन्न जे। जिहदे उपर सतगुरु श्री गुरु अमरदास साहब सच्चे पातशाह महाराज साहब जी प्रसन्न हुंदे ने, जिहदे उपर सतगुरु साहब जी गरीब नवाज सतगुरु श्री गुरु अमरदास साहब जी की प्रसन्नता है। तां सतगुरु साहब जिन्हां दे उपर प्रसन्न ने गरीब नवाज, उन्हां नूं ना तां दुख ही लगदा, ना वो निरधन ही कह जाते ने। ते नर शोक नह हुए, उन्हां लोकां नूं शोक नाम है चिंता भी नहीं हुंदी। ते नर से अंत न लहीए, तिन्हां दा उन्हां पुरशां दा से जिहड़े तीन देवते ने ब्रह्मा विष्णु महेश, ये भी अंत नहीं लै सकते। उन्हां गुरमुखां दा महात्मा दा किसी तरह का भी कोई अंत नहीं प्राप्त किया जा सकता। ते नर सेव नौ करहै, ते नर सह सहस समपै। जिन्हां ने ते नर सेवनो, जे तां कठवा पाठ करो सेवनो, जिन्हां ने गुरु साहब की सेवा की है भावना दे नाल, साध संगत फिर उन्हां कोल की बख्शिश आ जाती है। ते नर सहस समपै। वो मनुख गुरसिख 100 हज़ारां, सह नाम है 100 का सैकड़े का, सहस नाम है 1000 का, सैकड़ियां नूं हज़ारां नूं 10 हज़ारां नूं समपै समर्पण कर दिंदे हैं, उन्हां नूं बख्शिश कर दिंदे ने महान। ते नर सेव नौ करे, जिहड़े सतगुरु साहब जी की किरपा दे बख्शिश दे पात्र ने, फिर वो दुनियावी किसी मनुख की जां देवी देवते की सेवा विच नहीं लगते। जिवें आम लोग सतगुर साहब छड्ड के मनमुख होए बंदे दा बंदा इस तरह नहीं वरतते, वो सेवा नहीं करते फिरदे, आम लोगों की लीडरां दे पिछे नहीं तुरे फिरदे, ते ना ही देवी देवतियां दे मड़ियां कबरां दे पिछे नहीं जाते। सतगुरु साहब उन्होंने एडे वड्डे समर्थ बना देंदे हन, संसार दे विच किसी दे पिछे भी नहीं लगते। सतगुरु गुरु अमरदास साहब जी जिन्हां ते बख्शिश कर देन ते सहज समपै बख्शिश करते ने। ये हज़ारां नूं सैकड़ियां नूं फिर बख्शिश करके परमात्मा दे नाल जोड़ देंदे ने। समपै भाव के हज़ारां पदार्थ जिहड़े ने समर्पित कर देंदे, बख्शिश दे देंदे हन। ते नर दुलीचै बह, ते नर उथप बेथप है। गुरमुख जिन्हां उपर सतगुरु की किरपा, वो लोग फिर सिख सतगुरु दे प्यारे दुलीचे गुलीचियां उपर उन्हां ते विछा करके सोहनी जगह ते सत्कार सहित बैठते हैं। ते नर उथप बेथप है, ऐसे गुरमुख फिर अपने हिरदे विचों औगणां नूं उथप पुट करके गुणां नूं बिथपै विशेष करके अस्थापन कर लैंदे हन। ऐसे गुरमुख परोपकारता दे विच आ करके की करदे ने, धर्म दे विच धर्म नूं विचारदिआं होइआं उथप जिहड़े सरੂਪ ਤੋਂ अपनी आत्मा तो अपने ਸਰੂਪ ਤੋਂ ਗਿਆਤ ਤੋਂ ਰਹਿਤ ने, ऐसे पुरुषां नूं फिर विशेष करके थप्पे थापना करदे, उन्हां नूं भी ਸਰੂਪ ਦਾ ਗਿਆਨ करवा दिंदे हन, परोपकार करते हैं। सुख लह ते नर संसार में, अभय पाट रिप मद ते।
ਉਹ ਗੁਰਮੁਖ ਸੰਸਾਰ ਦੇ ਵਿੱਚ ਸੁੱਖ ਪ੍ਰਾਪਤ ਕਰਦੇ ਨੇ। ਉਹ ਸੁੱਖ ਐਸੀ ਬਖਸ਼ਿਸ਼ ਕਰਦੇ ਨੇ, ਸੰਸਾਰ ਦੇ ਵਿੱਚ ਆਪ ਵੀ ਸੁਖੀ, ਲੋਕਾਂ ਨੂੰ ਵੀ ਸੁੱਖ ਦਿੰਦੇ। ਅਤੇ ਅਭੈ ਪਟ ਰਿਪ ਮੱਧ ਤੇ ਦੁਸ਼ਮਣਾਂ ਦੇ ਵਿੱਚ ਵੀ ਪਟ ਨਾਮ ਹੈ ਨਿਰਭੈਤਾ ਦੇ ਵਿੱਚ, ਨਿਰਭੈਤਾ ਰੂਪ ਬਸਤਰ ਨੂੰ ਪਾਉਂਦੇ ਹਨ। ਅਭੈ ਪਟ ਰਿਪ ਮੱਧ ਤੇ ਪਟ ਨਾਮ ਚੰਚਲਤਾਈ ਦਾ, ਚਤੁਰਾਈ ਦਾ ਵੀ ਹੈ, ਬਹੁਤ ਤੇਜ਼ ਤਰਾਰ ਹੋਣਾ। ਛੇਵੇਂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਬਾਬਾ ਬਿਧੀ ਚੰਦ ਸਾਹਿਬ ਇੰਨੇ ਚਤੁਰ ਸਨ ਕਿ ਜਾ ਕਰਕੇ ਪੱਟੀ ਦੇ ਵਿੱਚ ਦੁਸ਼ਾਲੇ ਵੀ ਗੁਰੂ ਘਰ ਦੇ ਲੈ ਆਂਦੇ, ਉਹਨਾਂ ਦੇ ਵਿੱਚ ਹੀ ਫਿਰਦੇ ਰਹੇ ਭੇਸ ਧਾਰ ਕਰਕੇ। ਫਿਰ ਜਦੋਂ ਘੋੜੇ ਲਿਆਂਦੇ ਨੇ ਲਾਹੌਰ ਤੋਂ, ਇੱਕ ਨਜੂਮੀ ਬਣ ਕੇ ਲੈ ਆਂਦਾ, ਇੱਕ ਘਾਈ ਬਣ ਕੇ ਲੈ ਆਂਦਾ, ਅਤੇ ਬੜੀ ਚਤੁਰਤਾ ਨਾਲ ਇਹਨਾਂ ਦੇ ਵਿੱਚ ਹੀ ਫਿਰਦੇ ਰਹੇ, ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ। ਅਭੈ ਪਟ ਰਿਪ ਮੱਧ ਤੇ ਨਿਰਭੈਤਾ ਦੇ ਨਾਲ ਔਰ ਬੜੀ ਚੰਚਲਤਾਈ ਨਾਲ, ਚਤੁਰਾਈ ਦੇ ਨਾਲ ਰਹੇ। ਬੜੇ ਪਟ ਚਤੁਰ ਹਨ ਉਹ ਪੁਰਸ਼, ਜਿਨ੍ਹਾਂ ਉੱਪਰ ਸਤਿਗੁਰੂ ਸਾਹਿਬ ਦੀ ਕਿਰਪਾ ਹੈ। ਚਤੁਰਾਈਆਂ ਪਾਪਾਂ ਵਾਸਤੇ ਨਹੀਂ ਕਰਦੇ, ਚਤੁਰਾਈਆਂ ਕਰਦੇ ਨੇ ਸਿਆਣਪ ਵਾਸਤੇ, ਜਿਹਦੇ ਨਾਲ ਭਲਾ ਹੋਵੇ। ਸਕਿਆਥ ਤੇ ਨਰ ਜਲਪ ਭਣੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹੇ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਉੱਪਰ ਪ੍ਰਸੰਨ ਨੇ ਨਾ ਮਹਾਰਾਜ, ਉਹਨਾਂ ਉੱਪਰ ਕੀ ਬਖਸ਼ਿਸ਼ ਹੁੰਦੀ ਹੈ। ਉਹ ਸਾਧ ਸੰਗਤ ਸਕਿਆਥ ਸਫਲੇ ਹਨ ਸਾਰੇ ਹੀ, ਉਹਨਾਂ ਦਾ ਹਰ ਇੱਕ ਕੰਮ ਸਫਲਾ ਹੈ। ਜਿਹੜੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਨੇ, ਜਿਨ੍ਹਾਂ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਕਿਰਪਾ ਦੇ ਘਰ ਵਿੱਚ ਹਨ। ਤੈ ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਨੇ ਇੱਕ ਹੀ ਪਰਮਾਤਮਾ ਵਾਹਿਗੁਰੂ ਨੂੰ ਪੜ੍ਹਿਆ ਹੈ, ਭਾਵ ਕਿ ਇੱਕ ਅਦਵੈਤ ਦੀ ਪੜ੍ਹਾਈ ਕੀਤੀ ਹੈ, ਦਵੈਤ ਵਿੱਚ ਨਹੀਂ ਪਏ। ਜਿਵੇਂ ਭਗਤ ਪ੍ਰਹਿਲਾਦ ਸਾਹਿਬ ਨੂੰ ਬੜਾ ਜ਼ੋਰ ਪਾਇਆ ਗਿਆ ਕਿ ਪੁੱਤਰ ਆ ਪੜ੍ਹ, ਇਸ ਤਰ੍ਹਾਂ ਪੜ੍ਹਨਾ ਕਰ, ਆਪਣੇ ਪਿਓ ਦਾ ਹਰਨਾਕਸ਼ ਦਾ ਨਾਮ ਪੜ੍ਹ, ਤਾਂ ਕਹਿੰਦਾ ਨਹੀਂ, ਇੱਕ ਅਦਵੈਤ ਪਰਮਾਤਮਾ ਦਾ ਨਾਮ ਰਾਮ ਦਾ ਪੜ੍ਹਾਂਗਾ ਮੈਂ। ਤਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਤੁਸੀਂ ਇੱਕ ਪਰਮਾਤਮਾ ਨੂੰ ਪੜ੍ਹਿਆ ਹੈ, ਪੜ੍ਹਨਾ ਕੀਤਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਨੂੰ ਇੱਕ ਮਨ ਧਰਿਓ, ਇੱਕ ਹੀ ਪਰਮਾਤਮਾ ਸਾਹਿਬ ਜੀ ਨੂੰ ਮਨ ਦੇ ਵਿੱਚ ਧਰਿਆ ਵੀ ਇੱਕ ਹੀ ਹੈ, ਅਤੇ ਪਛਾਣਿਆ ਵੀ ਸਾਰੇ ਸੰਸਾਰ ਦੇ ਵਿੱਚ ਕਰ ਇੱਕ ਪਛਾਣਿਓ। ਇੱਕ ਪਰਮਾਤਮਾ ਨੂੰ ਪਛਾਣਨਾ ਕੀਤਾ ਹੈ ਵਾਹਿਗੁਰੂ ਸਾਹਿਬ ਜੀ ਨੇ, ਹਰ ਜਗ੍ਹਾ 'ਤੇ ਪਰਿਪੂਰਨ ਇਹੋ ਹੀ ਹੈ। ਨਾਇਣ ਬੈਣ ਮੋਹੇ ਇੱਕ ਇੱਕ, ਦੋ ਠਾਏ ਨ ਜਾਣਿਓ। ਨੇਤਰਾਂ ਵਿੱਚ ਵੀ ਆਪ ਜੀ ਦੇ ਪ੍ਰਭੂ ਦਾ ਨੂਰ ਹੈ, ਬੈਣ ਬਚਨਾਂ ਦੇ ਵਿੱਚ ਵੀ ਆਪ ਜੀ ਦੇ ਪ੍ਰਭੂ ਦਾ ਵਾਸਾ ਹੈ, ਅਤੇ ਆਪ ਜੀ ਦੇ ਮੁਖ ਦੇ ਵਿੱਚ ਮੋਹੇ ਇੱਕ, ਮੁਖ ਵਿੱਚ ਵੀ ਇੱਕ ਪਰਮਾਤਮਾ ਦਾ ਹੀ ਵਾਸ ਹੈ। ਇੱਕ ਦੋ ਠਾਏ ਨਾ ਜਾਣਿਓ, ਇੱਕ ਪਰਮਾਤਮਾ ਨੂੰ ਤੁਸੀਂ ਜਾਣਿਆ ਹੈ, ਦੋ ਥਾਵਾਂ 'ਤੇ ਨਹੀਂ ਜਾਣਿਆ, ਭਾਵ ਦੂਸਰੀ ਜਗ੍ਹਾ 'ਤੇ ਨਹੀਂ ਜਾਣਨਾ ਕੀਤਾ, ਦਵੈਤ ਵਿੱਚ ਨਹੀਂ ਪਏ। ਇੱਕ ਦੇ ਵਿੱਚ ਹੀ ਸਤਿਗੁਰੂ ਸਾਹਿਬ ਤੁਸੀਂ ਰਹੇ ਹੋ, ਦਵੈਤ ਭਾਵ ਦੇ ਵਿੱਚ ਨਹੀਂ ਪਏ। ਜਿਵੇਂ ਨਿਆਏ ਸ਼ਾਸਤਰ ਵਾਲੇ ਕਹਿੰਦੇ ਨੇ ਵੱਖ ਵੱਖ ਤਰ੍ਹਾਂ ਕਰਕੇ ਪਰਮਾਤਮਾ ਨੂੰ ਕਲਪਦੇ ਨੇ, ਨਹੀਂ, ਪਰਮਾਤਮਾ ਨੂੰ ਹਰ ਜਗ੍ਹਾ 'ਤੇ ਇੱਕ ਵਾਹਿਗੁਰੂ ਸਾਹਿਬ ਜੀ ਨੂੰ ਹੀ ਜਾਣਿਆ ਹੈ, ਉਹ ਅਦੁੱਤੀ ਹੈ। ਸੁਪਨ ਇੱਕ ਪਰ ਤਖ ਇੱਕ, ਇੱਕ ਸਮੈ ਲੀਣੋ। ਸੁਪਨ ਅਵਸਥਾ ਦੇ ਵਿੱਚ ਵੀ ਇੱਕ ਪਰਮਾਤਮਾ ਨੂੰ ਜਾਣਿਆ ਹੈ। ਪ੍ਰਤੱਖ ਅਵਸਥਾ, ਜਾਗਰਤ ਅਵਸਥਾ ਜਿਹੜੀ ਵਿੱਚ ਅਸੀਂ ਵਿਚਰਦੇ ਹਾਂ, ਕੰਮ ਕਾਰ ਕਰਦੇ, ਇਹਨੂੰ ਜਾਗਰਤ ਕਹਿੰਦੇ ਨੇ। ਜਦੋਂ ਅਸੀਂ ਸੌਂ ਜਾਈਏ ਅਤੇ ਸੁਪਨੇ ਆਉਣ ਲੱਗ ਪੈਣ, ਉਹਨੂੰ ਸੁਪਨ ਕਿਹਾ ਜਾਂਦਾ ਹੈ। ਜਾਗਰਤ ਵਿੱਚ ਵੀ ਸਾਧ ਸੰਗਤ ਅਸੀਂ ਭੁੱਲੇ ਭਟਕੇ ਰਹਿੰਦੇ, ਸਾਨੂੰ ਪ੍ਰਭੂ ਦਾ ਚੇਤਾ ਨਹੀਂ ਰਹਿੰਦਾ, ਅਤੇ ਸੁਪਨੇ ਵਿੱਚ ਤਾਂ ਅਸੀਂ ਹੋਰ ਹੀ ਰੰਗਾਂ ਦੇ ਵਿੱਚ, ਮਾਇਆ ਦੇ ਰੰਗਾਂ ਵਿੱਚ ਤੁਰੇ ਫਿਰਦੇ ਹੁੰਦੇ ਆ, ਹੋਰ ਹੀ ਸੰਸਾਰ ਵਿੱਚ। ਇਹਨਾਂ ਦੋਵਾਂ ਅਵਸਥਾ ਵਿੱਚ ਵੀ ਮਹਾਰਾਜ ਕਹਿੰਦੇ, ਭੱਟ ਸਾਹਿਬ ਕਹਿ ਰਹੇ, ਤੁਸੀਂ ਪਰਮਾਤਮਾ ਨੂੰ ਜਾਣਿਆ ਹੈ, ਇੱਕ ਵਿੱਚ ਲੀਨ ਹੋ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਨ ਹੋ। ਇੱਕ ਪਰਮਾਤਮਾ ਦੇ ਵਿੱਚ ਤੁਸੀਂ ਸਤਿਗੁਰੂ ਸਾਹਿਬ ਜੀ ਲੀਨ ਹੋ। ਕਿੱਥੇ? ਇੱਕ ਸਮੈ ਲੀਨ ਹੋ। ਜਿਹੜੀ ਸੁਖੋਵਤ ਅਵਸਥਾ ਹੈ ਨਾ, ਉਹਦੇ ਵਿੱਚ ਵੀ ਤੁਸੀਂ ਮਹਾਰਾਜ ਸਾਹਿਬ ਜੀ ਇੱਕ ਨਿਰੰਕਾਰ ਦੇ ਵਿੱਚ ਹੀ ਲੀਨ ਹੋ।
ਸੁਖੋਵਤ ਅਵਸਥਾ ਕਿਹੜੀ ਹੁੰਦੀ ਹੈ? ਜਿੱਥੇ ਗੂੜੀ ਨੀਂਦ ਆਵੇ, ਸਰੀਰ ਦੀ ਵੀ ਕੋਈ ਸੁੱਧ ਖਬਰ ਨਾ ਰਹੇ, ਅਤੇ ਉੱਥੇ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਆਪਣੇ ਸਰੂਪ ਦੀ ਗਿਆਤ ਹੁੰਦੀ, ਉੱਥੇ ਵੀ ਤੁਸੀਂ ਹਾਜ਼ਰ ਨਾਜ਼ਰ ਹੁੰਦੇ ਹੋ। ਇਨਸਾਨ ਤਾਂ ਸਾਧ ਸੰਗਤ ਸੁਖੋਵਤ ਅਵਸਥਾ ਦੇ ਵਿੱਚ ਜਦੋਂ ਉੱਠਦਾ ਬਾਹਰ ਆਉਂਦਾ ਅਤੇ ਕਹਿੰਦਾ ਅੱਜ ਮੈਂ ਬਹੁਤ ਸੁੱਤਾ, ਮੈਨੂੰ ਪਤਾ ਹੀ ਨਹੀਂ ਲੱਗਾ। ਇੰਨਾ ਗਿਆਨ ਦੇ ਵਿੱਚ ਹੈ ਮਨੁੱਖ। ਪਰ ਸਤਿਗੁਰੂ ਸਾਹਿਬ ਤੁਸੀਂ ਤਾਂ ਤਿੰਨਾਂ ਅਵਸਥਾ ਦੇ ਵਿੱਚ ਵੀ ਪ੍ਰਭੂ ਵਿੱਚ ਲੀਨ ਹੋ ਅਤੇ ਪਰਮਾਤਮਾ ਦੇ ਬ੍ਰਹਮ ਗਿਆਨ ਵਿੱਚ ਹੀ ਰਹਿੰਦੇ ਹੋ। 30 1 ਅਰ 5 ਸਿੱਧ ਪੈ 30 ਨਾ ਖੀਣੋ। 30 ਜਿਹੜੇ ਰੋਜ਼ੇ ਨੇ ਅਤੇ 5 ਜਿਹੜੀਆਂ ਨਮਾਜ਼ਾਂ ਨੇ, ਸਿੱਧ ਪ੍ਰਸਿੱਧ ਰੂਪ ਵਿੱਚ ਆਪ ਜੀ ਨੇ ਪ੍ਰਭੂ ਨੂੰ ਨਿਸ਼ਚੇ ਕੀਤਾ ਹੈ। ਇਹਨਾਂ 35 ਦੇ ਵਿੱਚ ਆਪ ਜੀ ਨੇ ਨਿਰੰਕਾਰ ਨੂੰ ਖੀਣੋਂ ਲੋਪ ਨਹੀਂ ਹੋਣ ਦਿੱਤਾ, ਲੁਕਣ ਨਹੀਂ ਦਿੱਤਾ। 30 1 ਅਰ 5 ਸਿੱਧ ਹਿੰਦੂ ਰੀਤੀ ਦੇ ਅਨੁਸਾਰ ਸਾਧ ਸੰਗਤ 30 ਦਿਨਾਂ ਦੇ ਵਿੱਚ ਜਿਹੜੇ ਸਾਲ ਦੇ 30 ਰੋਜ਼ੇ ਰੱਖਦੇ ਹਨ। 24 ਇਕਾਦਸ਼ੀਆਂ ਮੰਨਦੇ ਨੇ, ਜਨਮ ਅਸ਼ਟਮੀ, ਰਾਮ ਨੌਮੀ, ਸ਼ਿਵਰਾਤਰੀ, ਗਣੇਸ਼ ਚਤੁਰਥੀ, ਇਵੇਂ ਪਾ ਕਰਕੇ ਕਰਬਾਵਨ ਦੁਆਦਸ਼ੀ, ਇਵੇਂ 30 ਇਹਨਾਂ ਦੇ ਵਰਤ ਰੱਖੇ ਜਾਂਦੇ ਹਨ। ਇਹਨਾਂ ਦੇ ਵਿੱਚ ਅਤੇ 5 ਜਿਹੜੇ ਆਕਾਸ਼, ਹਵਾ, ਅੱਗ, ਪਾਣੀ ਅਤੇ ਧਰਤੀ, ਇਹਨਾਂ 5 ਤੱਤਾਂ ਦੇ ਵਿੱਚ ਵੀ ਆਪ ਜੀ ਨੇ ਪਰਮਾਤਮਾ ਨੂੰ ਸਿੱਧ ਜਾਣਿਆ ਹੈ, ਪ੍ਰਸਿੱਧ ਜਾਣਨਾ ਕੀਤਾ ਹੈ। ਪੈ 30 ਨਾ ਖੀਣੋ। ਅਤੇ ਸੱਚੇ ਪਾਤਸ਼ਾਹ ਆਪ ਜੀ ਨੇ 35 ਅੱਖਰ ਜਿਹੜੇ ਗੁਰਮੁਖੀ ਦੇ ਨੇ, ਗੁਰਮੁਖੀ ਭਾਸ਼ਾ ਦੇ, ਇਹਨਾਂ ਵਿੱਚ ਵੀ ਆਪ ਜੀ ਨੇ ਪਰਮਾਤਮਾ ਨੂੰ ਖੀਣੋਂ ਲੋਪ ਨਹੀਂ ਹੋਣ ਦਿੱਤਾ, ਲੁਕਣ ਨਹੀਂ ਦਿੱਤਾ। ਮਹਾਰਾਜ ਸਾਹਿਬ ਜੀ ਨੇ 35 ਅੱਖਰਾਂ ਦੇ ਵਿੱਚ ਗੁਰਮਤਿ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜਿਹੜੇ 4 ਵੇਦ, 27 ਸਿਮਰਤੀਆਂ, ਮਨ ਬੁੱਧ ਚਿੱਤ ਹੰਕਾਰ, ਚਤੁਸ਼ਟਾ ਅੰਤਹਿਕਰਨ, ਇਹ ਵੀ ਗਿਣਤੀ 35 ਬਣ ਜਾਂਦੀ ਹੈ। ਇਹਨਾਂ ਵਿੱਚ ਵੀ ਪ੍ਰਮਾਤਮਾ ਨੂੰ ਸੱਚੇ ਪਾਤਸ਼ਾਹ ਸਾਹਿਬ ਜੀ ਆਪ ਜੀ ਨੇ ਖੀਣੋਂ ਖੀਣ ਨਹੀਂ ਹੋਣ ਦਿੱਤਾ। ਸਾਧ ਸੰਗਤ ਜੇ ਹੁਣ 30 1 ਅਰ 5 ਕਿੰਨੇ ਹੋ ਗਏ? ਇਹ ਹੋ ਜਾਂਦੇ ਨੇ 36, ਅਤੇ ਫਿਰ ਪੈ 30 35 ਹੋਰ ਜੋੜ ਲਓ ਅਤੇ 71 ਸਾਲ ਬਣ ਜਾਂਦੇ ਨੇ। 71 ਸਾਲਾਂ ਦੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ ਆਏ, ਅਤੇ ਇੰਨੀ ਉਮਰ ਦੇ ਵਿੱਚ ਵੀ ਮਹਾਰਾਜ ਸਾਹਿਬ ਆਪ ਜੀ ਨੇ ਖੀਣੋਂ ਸੱਚੇ ਪਾਤਸ਼ਾਹ ਆਪਣੇ ਆਪ 'ਤੇ ਬੁਢੇਪਾ ਨਹੀਂ ਆਉਣ ਦਿੱਤਾ। ਇੰਨੀ ਉਮਰ ਵਿੱਚ ਵੀ ਆਪ ਜੀ ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਦੇ ਵਿੱਚ ਜੁਟ ਗਏ। ਸੱਚੇ ਪਾਤਸ਼ਾਹ ਆਪ ਜੀ ਇਸ ਉਮਰ ਦੇ ਵਿੱਚ ਵੀ ਸਿੱਧ ਹੋਏ। ਮਹਾਰਾਜ ਸਾਹਿਬ ਜੀ ਤਿਆਰ ਬਰ ਤਿਆਰ ਹੋ ਕਰਕੇ ਉਦਮ ਦੇ ਨਾਲ ਸੇਵਾ ਕਰਦੇ ਰਹੇ, ਖੀਣ ਨਹੀਂ ਹੋਣ ਦਿੱਤਾ, ਸਰੀਰ ਨੂੰ ਬਜ਼ੁਰਗ ਨਹੀਂ ਹੋਣ ਦਿੱਤਾ। ਐਸੀ ਅਵਸਥਾ ਸੀ ਆਪ ਜੀ ਦੀ। ਹਰ ਜਗ੍ਹਾ 'ਤੇ ਮਹਾਰਾਜ ਸਾਹਿਬ ਜੀ ਆਪ ਜੀ ਨੇ ਪਰਮਾਤਮਾ ਸੱਚੇ ਪਾਤਸ਼ਾਹ ਜੀ ਨੂੰ ਜਾਣਿਆ ਹੈ। ਇੱਕ ਹੋ ਜੇ ਲਾਖ ਲਖੋ ਅਲਖ ਹੈ, ਇੱਕ ਇੱਕ ਕਰ ਵਰਨਿਓ। ਇੱਕ ਜੋ ਪਰਮਾਤਮਾ ਵਾਹਿਗੁਰੂ ਸਾਹਿਬ ਅਲੱਖ ਹੈ, ਲਖਿਆ ਨਹੀਂ ਜਾਂਦਾ, ਪਰ ਉਹ ਪਰਮਾਤਮਾ ਇੱਕ ਤੋਂ ਫਿਰ ਲੱਖ ਰੂਪ ਹੋ ਜਾਂਦਾ ਹੈ। ਕਿਤੇ ਇੱਕ ਹੈ ਪਰਮਾਤਮਾ ਅਤੇ ਕਿਤੇ ਅਨੇਕ ਹੈ। ਏਕ ਹੈ ਫਿਰ ਅਨੇਕ ਹੈ। ਇੱਕ ਤੋਂ ਅਨੇਕ ਜੋ ਪਰਮਾਤਮਾ ਹੋ ਜਾਂਦਾ, ਫਿਰ ਵੀ ਉਹ ਕਹਿੰਦੇ ਲਖਿਆ ਨਹੀਂ, ਜਾਣਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਜੀ ਆਪ ਜੀ ਨੇ ਕੀ ਕੀਤਾ ਹੈ? ਗਰੀਬ ਨਿਵਾਜ ਸਾਹਿਬ ਜੀ ਆਪ ਜੀ ਨੇ ਉਸ ਬ੍ਰਹਮ ਨੂੰ ਜਿਹੜਾ ਇੱਕ ਤੋਂ ਬਹੁਤ ਰੂਪ ਹੈ, ਲੱਖ ਤੋਂ ਅਲੱਖ ਹੈ, ਜਾਣਿਆ ਨਹੀਂ ਜਾਂਦਾ, ਉਹਨੂੰ ਤੁਸੀਂ ਇੱਕ ਇੱਕ ਕਰ ਵਰਨਿਓ। ਉਹਨੂੰ ਤੁਸੀਂ ਮਹਾਰਾਜ ਸਾਹਿਬ ਜੀ ਜੋ ਜਾਣਨ ਤੋਂ ਰਹਿਤ ਹੈ ਲੱਖਾਂ ਲੋਕਾਂ ਦੇ, ਉਹਨੂੰ ਤੁਸੀਂ ਮਹਾਰਾਜ ਅਦੁੱਤੀ ਬ੍ਰਹਮ ਨੂੰ ਇੱਕੋ ਇੱਕ ਪ੍ਰਭੂ ਵਰਣਨ ਕਰਕੇ ਸੰਗਤਾਂ ਨੂੰ ਸਮਝਾ ਦਿੱਤਾ ਹੈ। ਸਿੱਖਾਂ ਨੂੰ ਆਪਣੇ ਸੰਗਤਾਂ ਦੇ ਵਿੱਚ ਇੱਕ ਪ੍ਰਭੂ ਦਾ ਵਰਣਨ ਕੀਤਾ ਹੈ, ਜਿਹੜਾ ਪਰਮਾਤਮਾ ਅਲੱਖ ਹੈ, ਲਖਣ ਤੋਂ ਰਹਿਤ ਹੈ, ਇੱਕ ਤੋਂ ਅਨੇਕ ਰੂਪ ਹੈ, ਇੱਕੋ ਜਿਹੇ ਲਾਖ ਲਖੋ ਅਲੱਖ ਹੈ। ਜੋ ਪਰਮਾਤਮਾ ਇੱਕ ਤੋਂ ਲੱਖਾਂ ਰੂਪ ਹੈ, ਉਹਨੂੰ ਇੱਕ ਵਰਣਨ ਕਰਕੇ ਸਿੱਧ ਕੀਤਾ ਹੈ। ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਜਾਲਪ ਭੱਟ ਸਾਹਿਬ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਆਪ ਇੱਕ ਪਰਮਾਤਮਾ ਵਾਹਿਗੁਰੂ ਨੂੰ ਲੋੜ ਹੈ ਚਾਹੁੰਦੇ ਹੋ, ਅਤੇ ਇੱਕ ਹੀ ਵਾਹਿਗੁਰੂ ਸਾਹਿਬ ਜੀ ਨੂੰ ਮੰਨਿਓ ਮੰਨਦੇ ਹੋ।
ਮਹਾਰਾਜ ਸਾਹਿਬ ਜੀ ਆਪ ਜੀ ਤੋਂ ਉਪਦੇਸ਼ ਲੈਣਾ ਚਾਹੁੰਦੇ ਨੇ। ਸਾਰੇ ਹੀ ਇੱਕ ਪ੍ਰਮਾਤਮਾ ਦੇ ਦਰਸ਼ਨ ਨੂੰ ਚਾਹੁੰਦੇ ਨੇ, ਇੱਕ ਨੂੰ ਮੰਨਣਾ ਚਾਹੁੰਦੇ ਹਨ। ਆਪ ਬਖਸ਼ਿਸ਼ ਕਰਦੇ ਹੋ। ਜਲ ਭੱਟ ਕਹਿੰਦੇ ਨੇ, ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੈ ਸਮਾਣੀ। ਜਿਹੜੀ ਮਤ ਬੁੱਧੀ ਹੰਕਾਰ ਨੂੰ ਤਿਆਗ ਕਰਕੇ ਨਿਮਰਤਾ ਵਾਲੀ, ਗਰੀਬੀ ਵਾਲੀ, ਨਿਰਮਾਣ ਪਦਵੀ ਵਾਲੀ ਭਗਤ ਜੈਦੇਵ ਨੇ ਗ੍ਰਹਿਣ ਕੀਤੀ। ਜਿਹੜੀ ਭਗਤ ਨਾਮਦੇਵ ਦੇ ਵਿੱਚ ਬੜੀ ਸੁੰਦਰ ਬੁੱਧੀ ਸੀ, ਬੜੀ ਨਿਰਮਾਣਤਾ ਵਾਲੀ। ਕੈਸੀ ਬੁੱਧੀ ਸੀ ਇਹਨਾਂ ਦੀ ਸਾਧ ਸੰਗਤ। ਜੈਦੇਵ ਤਿਆਗਿਓ ਅਹੰਮੇਵ, ਨਾਈ ਉਦਰਿਓ ਸੈਣ ਸੇਵ। ਹੰਕਾਰ ਨੂੰ ਛੱਡ ਦਿੱਤਾ, ਹਉਮੈ ਨੂੰ ਛੱਡ ਦਿੱਤਾ। ਅਤੇ ਭਗਤ ਨਾਮਦੇਵ ਦੇ ਵਿੱਚ, ਨਾਮੇ ਦੇ ਵਿੱਚ ਕਿਹੜੀ ਮੱਤ ਹੈ? ਜੇ ਮਤ ਨਾਮੈ ਸਮਾਣੀ। ਕਿਹੜੀ ਮੱਤ ਸਮਾਈ ਹੋਈ ਹੈ? ਜਦੋਂ ਤਰਲੋਚਨ ਭਗਤ ਨਾਮਦੇਵ ਦੇ ਦਰਸ਼ਨ ਕਰਨ ਆਇਆ, ਬੜੀ ਪ੍ਰਸਿੱਧੀ ਹੋ ਗਈ ਭਗਤ ਨਾਮਦੇਵ ਦੀ। ਦੇਖਿਆ ਜਦੋਂ ਕਿ ਇਹ ਤਾਂ ਕੰਮਾਂ ਕਾਰਾਂ ਦੇ ਵਿੱਚ ਰੁੱਝਾ ਹੋਇਆ ਹੈ, ਤਾਂ ਉਸ ਵੇਲੇ ਸ਼ੰਕਾ ਹੋਇਆ ਇਹ ਭਗਤ ਨਹੀਂ ਹੋ ਸਕਦਾ। ਤਾਂ ਫਿਰ ਕਿਉਂ ਕਹਿਣਾ ਕੀਤਾ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰਨਾ ਚਾਹੀਦਾ ਹੈ, ਚਿੱਤ ਵਿੱਚ ਮੱਤ ਵਿੱਚ ਪ੍ਰਭੂ ਦੀ ਸੰਭਾਲ ਕਰਨੀ ਚਾਹੀਦੀ ਹੈ, ਵਾਹਿਗੁਰੂ ਦੀ। ਐਸੇ ਬਚਨ ਕਹੇ, ਜੇ ਮਤ ਤਰਲੋਚਨ ਚਿਤ ਭਗਤ ਗੰਭੀਰੈ ਜਾਣੀ। ਜਿਹੜੀ ਮਤ ਭਗਤ ਤਰਲੋਚਨ ਦੇ ਚਿੱਤ ਵਿੱਚ ਹੈ, ਅਤੇ ਜਿਹੜੀ ਭਗਤ ਕਬੀਰ ਸਾਹਿਬ ਦੇ ਮਨ ਦੇ ਵਿੱਚ ਹੈ, ਬੁੱਧੀ ਨਿਸ਼ਚੇ ਵਾਲੀ ਬੁੱਧੀ, ਪਰਮਾਤਮਾ ਨੂੰ ਪਾਉਣ ਵਾਲੀ ਬੁੱਧੀ। ਕਿਹੋ ਜਿਹੀ ਮਤ ਹੈ ਭਗਤ ਤਰਲੋਚਨ ਦੀ? ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਕਹਿੰਦੇ ਬੇਸਮਝ ਹੋ ਕਰਕੇ, ਗਵਾਰ ਬਣ ਕਰਕੇ ਪਰਮਾਤਮਾ ਨੂੰ ਕਾਹਤੋਂ ਨਿੰਦੇ ਹੋ ਵਾਹਿਗੁਰੂ ਨੂੰ। ਸੋ ਤਰਲੋਚਨ ਭਗਤ ਦੇ ਮਨ ਦੇ ਵਿੱਚ ਵੀ ਬੜੀ ਸੁੰਦਰ ਮੱਤ ਹੈ। ਕਬੀਰ ਸਾਹਿਬ ਜੀ ਵੀ ਬੜੇ ਉੱਚੀ ਮੱਤ ਵਾਲੇ ਨੇ। ਰੁਕ ਮੰਗਦ ਕਰਤੂਤ ਰਾਮ ਜੰਪੋ ਨਿਤ ਭਾਈ। ਰਾਜਾ ਰੁਕ ਮੰਗਤ ਹੋਇਆ, ਕਰਤੂਤ ਬੜੀ ਕਰਤੱਵ ਵਾਲਾ, ਬੜੇ ਵਧੀਆ ਕਰਤੱਵ ਵਾਲਾ ਰਾਜਾ ਸੀ ਇਹ ਸਾਧ ਸੰਗਤ। ਪਰਮੇਸ਼ਰ ਨੂੰ ਇਹ ਜਪਦਾ ਸੀ। ਅਤੇ ਰਾਮ ਜਪੋ ਨਿਤ ਭਾਈ, ਤੁਸੀਂ ਵੀ ਉਹੋ ਹੀ ਮਤ ਧਾਰਨ ਕਰਕੇ ਭਾਈ ਹਮੇਸ਼ਾ ਰਾਮ ਦੇ ਨਾਮ ਨੂੰ ਜਪਣਾ ਕਰੋ। ਇਹ ਰਾਜਾ ਰੁਕਮਾਂਗਦ ਸਾਧ ਸੰਗਤ, ਇਹਦਾ ਬਾਗ ਬਹੁਤ ਸੋਹਣਾ ਬਗੀਚਾ ਇਹਨੇ ਤਿਆਰ ਕੀਤਾ। ਟੂਕ ਮਾਤਰ ਇਹਦੀ ਇਹ ਘਟਨਾ ਸੁਣਾ ਦੇਵਾਂ, ਪੁਰਾਣੇ ਗ੍ਰੰਥਾਂ ਵਿੱਚ ਜ਼ਿਕਰ ਹੈ। ਸੋਹਣਾ ਬਗੀਚਾ ਤਿਆਰ ਕੀਤਾ, ਬਹੁਤੇ ਫੁੱਲ ਲਾਏ, ਦੇਖਭਾਲ ਕਰਨ ਨੂੰ ਬਹੁਤੇ ਮਾਲੀ ਵੀ ਲਾਏ ਸਨ, ਕਰਮਚਾਰੀ। ਇਹਦੇ ਬਗੀਚੇ ਦੀ ਉਸਤਤ ਸੁਣ ਕੇ ਸਵਰਗ ਲੋਕ ਤੋਂ, ਇੰਦਰ ਲੋਕ ਤੋਂ ਅਪਸ਼ਰਾ ਜਿਹੜੀਆਂ ਆਉਣ ਲੱਗੀਆਂ, ਫੁੱਲ ਤੋੜ ਕੇ ਲੈ ਜਾਇਆ ਕਰਨ ਰੋਜ਼। ਮਾਲੀਆਂ ਨੂੰ ਪਤਾ ਲੱਗਣ ਲੱਗਾ ਕਿ ਕੋਈ ਫੁੱਲ ਤੋੜਦਾ ਹੈ। ਬੜੀ ਦੁਨੀਆ ਵੇਖਣ ਆਉਂਦੀ ਹੈ, ਕਿਹੜਾ ਤੋੜਦਾ ਹੋਏਗਾ। ਬਹੁਤ ਖਬਰ ਰੱਖੀ, ਰਾਜੇ ਨੂੰ ਵੀ ਆਖ ਦਿੱਤਾ ਕਿ ਸਾਡੀ ਤਾਂ ਵਾਹ ਕੋਈ ਨਹੀਂ, ਅਸੀਂ ਤਾਂ ਜਾਗਦੇ ਰਹਿੰਦੇ, ਪਤਾ ਨਹੀਂ ਲੱਗਦਾ ਕੌਣ ਫੁੱਲ ਤੋੜਦਾ ਹੈ। ਰਾਜੇ ਰੁਕਮਾਂਗਦ ਨੇ ਹੋਰ ਮਾਲੀ ਦੇ ਦਿੱਤੇ, ਚੰਗੀ ਨਿਗਰਾਨੀ ਰੱਖੀ ਗਈ, ਫਿਰ ਵੀ ਨਹੀਂ ਪਤਾ ਲੱਗਦਾ। ਇੱਕ ਸਿਆਣੇ ਬੰਦੇ ਜੋਤਸ਼ੀ ਨੂੰ ਪੁੱਛਿਆ ਗਿਆ ਵੀ ਇਹਦਾ ਹੱਲ ਕੀ ਹੋਏਗਾ, ਚੋਰੀ ਰੁਕੇਗੀ ਕਿਵੇਂ? ਉਹਨੇ ਦੱਸਿਆ, ਇਸ ਤਰ੍ਹਾਂ ਕਰੋ, ਸਾਰੇ ਫੁੱਲਾਂ ਦੇ ਨੇੜੇ ਜਿਹੜੇ ਨੇ ਇਹ ਚਿੱਟੇ ਬਤਾਊਆਂ ਦੇ ਬੂਟੇ ਲਾਓ ਜਿਨ੍ਹਾਂ ਨੂੰ ਕੰਡੇ ਲੱਗੇ ਹੋਣ। ਕੰਡਿਆਂ ਵਾਲੇ ਇਹ ਬੂਟੇ ਲਗਾਏ ਗਏ। ਸਾਧ ਸੰਗਤ ਐਸਾ ਉਹ ਸਮਾਂ ਆਇਆ ਜਦੋਂ ਅਪਸ਼ਰਾ ਜਿਹੜੀਆਂ ਸੀ ਫੁੱਲ ਤੋੜਨ ਆਈਆਂ ਦੇਵਤਿਆਂ ਦੀਆਂ, ਇੱਕ ਦੇ ਪੈਰ ਦੇ ਵਿੱਚ ਕੰਡਾ ਵੱਜ ਗਿਆ ਫੁੱਲ ਤੋੜਨ ਲੱਗੀ। ਤੇ ਜਦੋਂ ਗਾਂਹ ਵੱਧ ਕੇ ਹੋਈ ਤਾਂ ਉਹਦੇ ਨਾਲ ਖੂਨ ਨਿਕਲਣ ਲੱਗਾ, ਕੰਡਾ ਪੁੱਟਦੀ ਰਹੀ, ਬੈਠੀ ਹੋਈ ਪਕੜੀ ਗਈ। ਭੱਜ ਕਰਕੇ ਰਾਜੇ ਰੁਕਮਾਂਗਦ ਨੂੰ ਲਿਆਏ, ਦੁਨੀਆ ਇਕੱਠੀ ਹੋਈ। ਸਾਰੇ ਜਿਹੜੇ ਸੀ ਨਾ ਲੋਕ ਅਪਸ਼ਰਾ ਦਾ ਰੂਪ ਦੇਖ ਕਰਕੇ ਮੋਹਿਤ ਹੋ ਗਏ, ਕਾਮ ਅਧੀਨ ਹੋ ਗਏ। ਪਰ ਰਾਜਾ ਰੁਕਮਾਂਗਦ ਪ੍ਰਭੂ ਦਾ ਪਿਆਰਾ ਸੀ, ਉਹਦੇ ਮਨ 'ਤੇ ਕੋਈ ਅਸਰ ਨਾ ਹੋਇਆ। ਬੜਾ ਇਹ ਕਰਤੱਵ ਵਾਲਾ ਸੀ, ਬੜਾ ਚੰਗਾ ਸੀ, ਪ੍ਰਭੂ ਦੇ ਨਾਮ ਦੇ ਵਿੱਚ ਲੀਨ ਰਹਿਣ ਵਾਲਾ। ਤਾਂ ਭੱਟ ਸਾਹਿਬ ਕਹਿੰਦੇ ਜਿਸ ਤਰ੍ਹਾਂ ਰਾਜੇ ਰੁਕਮਾਂਗਦ ਨੇ ਨਾਮ ਜਪਿਆ ਹੈ, ਸੰਸਾਰ ਦੀਆਂ ਵਾਸ਼ਨਾਵਾਂ ਤੋਂ ਮੁਕਤ ਹੋ ਕਰਕੇ ਇਸੇ ਤਰ੍ਹਾਂ ਹੀ ਨਾਮ ਜਪਣਾ ਕਰੋ। ਅਤੇ ਅਪਸ਼ਰਾ ਨੂੰ ਪੁੱਛਿਆ, ਫਿਰ ਤੈਨੂੰ ਹੁਣ ਤੂੰ ਜਾਵੇਂਗੀ ਕਿਵੇਂ? ਉੱਡਿਆ ਜਾ ਨਹੀਂ ਰਿਹਾ ਤੇਰੇ ਤੋਂ।
ਕਹਿਣ ਲੱਗੀ ਫਿਰ ਇਸ ਤਰ੍ਹਾਂ ਕਰੋ, ਕੋਈ ਜਿਹਨੇ ਇਕਾਦਸ਼ੀ ਦਾ ਕੋਈ ਵਰਤ ਰੱਖਿਆ ਹੋਵੇ ਉਹ ਬੰਦਾ ਲਿਆਓ, ਉਹਦਾ ਫਲ ਮੈਨੂੰ ਮਿਲੇ। ਤਾਂ ਰਾਜਾ ਕਹਿੰਦਾ ਨਾ ਮੈਂ ਵਰਤ ਰੱਖਦਾ ਅਤੇ ਨਾ ਹੀ ਮੇਰੇ ਇਹ ਰਾਜ ਭਾਗ ਵਿੱਚ ਕੋਈ ਵਰਤ ਰੱਖਦਾ, ਕਿਉਂਕਿ ਮੈਂ ਵਰਤਾਂ 'ਤੇ ਵਿਸ਼ਵਾਸ ਨਹੀਂ ਕਰਦਾ, ਮੈਂ ਤਾਂ ਪ੍ਰਭੂ ਦਾ ਨਾਮ ਜਪਦਾ। ਕਹਿੰਦੀ ਫਿਰ ਇਸ ਤਰ੍ਹਾਂ ਕਰੋ, ਕੱਲ੍ਹ ਇਕਾਦਸ਼ੀ ਸੀ, ਜੇ ਕੋਈ ਬੰਦਾ ਵੈਸੇ ਹੀ ਭੁੱਖਾ ਰਿਹਾ ਹੋਵੇ ਰੋਜੀ ਰੋਟੀ ਤੋਂ, ਉਹ ਹੀ ਲੈ ਆਓ, ਉਹਦਾ ਹੀ ਫਲ ਮੈਨੂੰ ਮਿਲ ਜਾਏ। ਤਾਂ ਇੱਕ ਸੇਵਕ ਸੀ ਇਹਨਾਂ ਦੇ ਰਾਜ ਭਾਗ ਦੇ ਵਿੱਚ, ਘਰ ਦੇ ਵਿੱਚ, ਮਹਿਲ ਦੇ ਵਿੱਚ ਗੋਲੀ, ਉਹਨੇ ਰਾਣੀ ਦੇ ਅੱਗੇ ਕੋਈ ਗਲਤੀ ਕੀਤੀ ਸੀ ਅਤੇ ਰਾਣੀ ਨੇ ਤਾੜਨਾ ਕੀਤਾ, ਰੋਟੀ ਨਾ ਖਾਣ ਦਿੱਤੀ ਸਾਰਾ ਦਿਨ। ਉਹ ਪਤਾ ਲੱਗਾ ਕਿ ਕੱਲ੍ਹ ਭੁੱਖੀ ਰਹੀ, ਇਸ ਕਰਕੇ ਉਹਦਾ ਜੋ ਭੁੱਖੇ ਰਹਿਣ ਦਾ ਇਕਾਦਸ਼ੀ ਦੇ ਦਿਨ ਕਹਿੰਦੇ ਫਲ ਸੀ, ਇਹਨੂੰ ਪ੍ਰਾਪਤ ਹੋਇਆ ਅਤੇ ਫਿਰ ਸਵਰਗ ਲੋਕ ਨੂੰ ਚਲੇ ਗਈ, ਜਿੱਥੇ ਦੁਨੀਆ ਦੇ ਲੋਕ ਸਾਰੇ ਬਹੁਤ ਹੋ ਗਏ ਦੇਖਣ ਵਾਲੇ। ਪਰ ਰਾਜੇ ਰੁਕਮਾਂਗਦ ਦੀ ਜਿਹੜੀ ਕਰਤੱਵਤਾ ਸੀ, ਕਰਤੱਵ ਕਰਕੇ ਇਹ ਆਪਣੇ ਘਰ ਨੂੰ ਚਲੇ ਗਈ ਅਤੇ ਕੋਈ ਅਸਰ ਨਹੀਂ ਹੋਇਆ ਕਾਮ ਵਾਸ਼ਨਾ ਆਦਿਕ ਦਾ। ਇਸ ਕਰਕੇ ਐਸੀ ਮੱਤ ਨਾਲ ਕਹਿੰਦੇ ਭਾਈ ਨਾਮ ਤੁਸੀਂ ਵੀ ਜਪਣਾ ਕਰੋ। ਅੰਬਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ। ਜਿਵੇਂ ਰਾਜੇ ਅੰਬਰੀਕ ਨੇ ਅਤੇ ਭਗਤ ਪ੍ਰਹਿਲਾਦ ਨੇ ਗੋਬਿੰਦ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਕੇ ਗਤ ਮੁਕਤੀ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਦਾ ਹੀ ਫਲ ਪ੍ਰਭੂ ਦੀ ਸ਼ਰਨ ਦਾ, ਸਤਿਗੁਰੂ ਦੀ ਸ਼ਰਨ ਦਾ ਫਲ ਪਾਣਾ ਕਰੋਗੇ ਤੁਸੀਂ ਵੀ। ਜੇਕਰ ਤੁਸੀਂ ਸਤਿਗੁਰੂ ਦੀ ਸ਼ਰਨ ਪਾਓਗੇ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ। ਜਲ ਨਾਮੀ ਭੱਟ ਕਥਨ ਕਰਦੇ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਆਪ ਜੀ ਨੇ ਸਮਤ ਸ੍ਰੇਸ਼ਟ ਮਤ ਜਿਹੜੀ ਹੈ ਇਹ ਧਾਰਨ ਕੀਤੀ ਹੈ। ਸ੍ਰੇਸ਼ਟ ਮਤ ਦੀ ਜੁਗਤੀ ਜਾਣ ਕਰਕੇ ਮਹਾਰਾਜ ਸਾਹਿਬ ਜੀ ਨੇ ਲੋਭ ਨਹੀਂ ਕੋਈ ਵੀ ਪਦਾਰਥ ਦਾ ਕੀਤਾ, ਨਾ ਮਾਇਆ ਦਾ ਹੀ ਕਰਦੇ ਸਨ, ਨਾ ਸਤਿਗੁਰੂ ਆਪ ਜੀ ਵਿੱਚ ਕ੍ਰੋਧ ਹੀ ਹੈ। ਦਾਤੂ ਜੀ ਨੇ ਲੱਤ ਮਾਰਤੀ ਤਾਂ ਵੀ ਨਿਮਰਤਾ ਵਿੱਚ ਰਹੇ। ਤ੍ਰਿਸ਼ਨਾ ਤਾਂ ਰੱਖੀ ਕੋਈ ਨਹੀਂ ਮਹਾਰਾਜ ਸਾਹਿਬ ਜੀ, ਆਸਰੀ ਸ਼ਬਦਾ ਸਾਰੀ ਤਿਆਗ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਭੱਟ ਜਲ ਨੂੰ ਵਾਹਿਗੁਰੂ ਭੱਟ ਜਲ ਸਤਿਗੁਰੂ ਸਾਹਿਬ ਦੀ ਵਡਿਆਈ ਵਿੱਚ ਕਹਿੰਦੇ ਕਿ ਆਪ ਜੀ ਨੇ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੋ ਜਾਣਾ ਕੀਤਾ ਹੈ। ਗੁਰ ਅਮਰਦਾਸ ਨਿਜ ਭਗਤ ਹੈ, ਦੇਖ ਦਰਸ ਪਾਵੋ ਮੁਕਤ। ਸ੍ਰੀ ਗੁਰੂ ਅਮਰਦਾਸ ਸਾਹਿਬ ਅਸੀਂ ਆਪ ਜੀ ਦੇ ਨਿਜ ਭਗਤ ਹੈ, ਨਿਜ ਭਾਵ ਆਪ ਜੀ ਦੇ ਅਸੀਂ ਦਾਸ ਹਾਂ, ਅਤੇ ਦੇਖ ਦਰਸ ਪਾਵੋ ਮੁਕਤ। ਆਪ ਜੀ ਦੇ ਦਰਸ਼ਨ ਕਰਕੇ ਮਹਾਰਾਜ ਸਾਹਿਬ ਜੀ ਆਪ ਜੀ ਵੱਲ ਦੇਖ ਕਰਕੇ ਅਸੀਂ ਮੁਕਤੀ ਪ੍ਰਾਪਤ ਕਰ ਲੈਣੀ ਹੈ। ਮਹਾਰਾਜ ਆਪ ਜੀ ਦੀ ਸਾਨੂੰ ਆਸ ਹੈ ਕਿ ਅਸੀਂ ਆਪ ਜੀ ਦੀ ਕਿਰਪਾ ਸਦਕਾ ਮੁਕਤ ਹੋਣਾ ਹੈ। ਅਤੇ ਜਾਂ ਨਾਲ ਦਿਆਂ ਭੱਟਾਂ ਨੂੰ ਕਹਿ ਰਹੇ ਨੇ ਆਪਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਭੱਟੋ ਦਾਸ ਹਾਂ, ਸਾਡੇ ਉੱਪਰ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰ ਦੇਣੀ। ਜਦੋਂ ਦੇਖਣਗੇ ਸਾਡੇ ਵੱਲ ਸਤਿਗੁਰੂ ਰਹਿਮਤ ਦੇ ਨਾਲ ਤੇ ਅਸੀਂ ਮੁਕਤੀ ਪ੍ਰਾਪਤ ਕਰ ਲੈਣੀ ਹੈ। ਸਤਿਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਦੇਖ ਦਰਸ ਪਾਵੋ ਮੁਕਤ, ਦਰਸ਼ਨ ਕਰਨ ਵਾਲੀ ਮੁਕਤੀ ਹੋ ਜਾਏਗੀ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਖਸ਼ਿਸ਼ ਵਿੱਚ ਕਿੰਨੀ ਮਹਾਨਤਾ ਹੈ। ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰ ਲਈਦੇ ਨੇ, ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਪਰਸੀਏ ਪਰਸ ਲਈਦਾ ਹੈ। ਪੋਹਮ ਪਾਤਕ ਬਿਨਾਸੈ, ਸਾਧ ਸੰਗਤ ਸਾਰੇ ਧਰਤੀ ਦੇ ਜਿਹੜੇ ਪੋਹਮ ਪ੍ਰਿਥਵੀ ਦੇ ਜਿਹੜੇ ਪਾਤਕ ਨੇ ਨਾ, ਸਾਰੇ ਹੀ ਇਹ ਪਾਪ ਨਾਸ਼ ਹੋ ਜਾਂਦੇ ਨੇ ਮਹਾਰਾਜ ਸਾਹਿਬ ਦੇ ਪਰਸਨ ਕਰਕੇ। ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਨੂੰ ਨਗਰ ਰੂਪ ਦੇ ਵਿੱਚ ਵਸਾਇਆ, ਉਜੜੀ ਹੋਈ ਜਗ੍ਹਾ ਸੀ, ਦੇ ਜਿਹੜਾ ਸੀ ਉਹ ਢਾਹ ਦਿੰਦਾ ਸੀ। ਰੋਜ਼ ਜਦੋਂ ਗੋਂਦਾ ਖੱਤਰੀ ਬਣਾਉਂਦਾ ਸੀ ਕੁਝ ਵੀ, ਤਾਂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਦੂਸਰੇ ਪਾਤਸ਼ਾਹ ਜੀ ਨੂੰ ਖੱਤਰੀ ਗਾਉਂਦੇ ਨੇ, ਮਹਾਰਾਜ ਆਪਣੇ ਪੁੱਤਰ ਨੂੰ ਭੇਜੋ ਅਤੇ ਨਗਰ ਵਸਾ ਦਿਓ। ਤਾਂ ਮਹਾਰਾਜ ਨੇ ਇਸ਼ਾਰਾ ਕੀਤਾ ਬਾਬੇ ਦਾਤੂ ਦਾਸੂ ਵੱਲ, ਦੋਨਾਂ ਵੱਲ, ਕਹਿਣ ਲੱਗੇ ਮਹਾਰਾਜ ਆਪਣੇ ਕੋਲ ਆਪਣਾ ਨਗਰ, ਆਪਾਂ ਕਿਉਂ ਪੰਗੇ ਲਈਏ ਜਾ ਕੇ ਉੱਥੇ ਤਾਂ ਦੈਤ ਰਹਿੰਦਾ ਹੈ। ਤਾਂ ਮਹਾਰਾਜ ਨੇ ਫਿਰ ਆਪਣੇ ਸੇਵਕ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਸ਼ਾਰਾ ਕੀਤਾ ਅਤੇ ਮਹਾਰਾਜ ਸਾਹਿਬ ਜੀ ਚੱਲ ਪਏ। ਅਤੇ ਜਿੱਥੇ ਜਿੱਥੇ ਵੀ ਸਤਿਗੁਰੂ ਸਾਹਿਬ ਜੀ ਨੇ ਆਪਣੀ ਸੋਟੀ ਲਾਈ, ਉੱਥੋਂ ਸਭ ਭੂਤ ਜਿੰਨ ਆਦਿਕ ਦੇ ਦੈਤ ਭੱਜ ਗਏ। ਔਰ ਜਿੱਥੇ ਵੀ ਸਤਿਗੁਰੂ ਸਾਹਿਬ ਜੀ ਦਾ ਚਰਨ ਲੱਗਦਾ ਨਾ ਮਹਾਰਾਜ ਦਾ, ਉੱਥੋਂ
ਪੁਰਾਣੀਆਂ ਪਈਆਂ ਹੋਈਆਂ ਹੱਡੀਆਂ ਨੂੰ ਜੇ ਸਪਰਸ਼ ਹੋਇਆ, ਪੁਰਾਣੇ ਜਿਹੜੇ ਸਾਧ ਸੰਗਤ ਮਰੇ ਹੋਏ ਨਰਕਾਂ ਵਿੱਚ ਪਏ ਹੋਏ ਜੀਵਾਂ ਦਾ ਵੀ ਉਧਾਰ ਹੋਇਆ, ਉਹ ਵੀ ਸੱਚਖੰਡ ਨੂੰ ਜਾਣ ਲੱਗੇ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਜਦੋਂ ਮਹਾਰਾਜ ਸੇਵਾ ਕਰਦੇ, ਜਲ ਦੀ ਗਾਗਰ ਢੋਂਦੇ, ਜੇ ਰਸਤੇ ਵਿੱਚ ਕਿਸੇ ਦੀ ਹੱਡੀ ਵੀ ਲੱਗ ਜਾਂਦੀ ਉਹ ਵੀ ਮੁਕਤ ਹੋ ਜਾਂਦਾ। ਇਵੇਂ ਦੇ ਸਨ ਗੁਰੂ ਅਮਰਦਾਸ ਸਾਹਿਬ ਜੀ, ਧਰਤੀ ਦੇ ਪਾਪਾਂ ਨੂੰ ਖਤਮ ਕਰ ਦੇਣ ਵਾਲੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਪਰਸਨਾ ਕਰੀਏ। ਮਹਾਰਾਜ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਨੂੰ ਤਾਂ ਸਾਧ ਸੰਗਤ ਜਿਹੜੇ ਸਿੱਧ ਸਾਧਕ ਅਸਾਸ ਹੈ, ਜਿਹੜੇ 84 ਸਿੱਧ ਨੇ, ਸਾਧਕ ਸਾਧਨਾ ਕਰਨ ਵਾਲੇ ਜਗਿਆਸੂ ਜਿਹੜੇ ਸਾਧਨਾ ਵਿੱਚ ਹੀ ਲੱਗੇ ਰਹਿੰਦੇ, ਆਸਾਸ ਹੈ, ਚਾਹੁੰਦੇ ਹਨ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ, ਪਰਸਨਾ ਚਾਹੁੰਦੇ ਸਤਿਗੁਰੂ ਦੇ ਚਰਨਾਂ ਨੂੰ, ਆਸ ਰੱਖਦੇ ਹਨ। ਸਾਧ ਸੰਗਤ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਰਸਨ ਕਰਕੇ ਸਿੱਧ ਸਾਧਕ ਆਸਾਸ ਹੈ, ਜਿਹੜੇ ਸਿੱਧ ਸਾਧਕ ਆਦਿਕ ਨੇ, ਇਹ ਆਸਾਸ ਹੈ, ਆਗਿਆ ਚਾਹੁੰਦੇ ਹਨ। ਜਿਨ੍ਹਾਂ ਨੇ ਸਤਿਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਿਆ ਹੈ, ਸਿੱਧ ਔਰ ਸਾਧਕ ਲੋਕ, ਆਸਾਸ ਹੈ ਨਾਮ ਹੈ, ਆਸਾਸ ਹੈ ਸ਼ੰਕਿਆਂ ਤੋਂ ਰਹਿਤ ਹੋ ਗਏ ਹਨ। ਆਸਾਸ ਹੈ ਭਾਵ ਹੈ ਸਾਸਨਾ ਤੋਂ ਰਹਿਤ ਹੋ ਗਏ ਹਨ। ਸਾਸਨਾ ਜਮਾਂ ਦੀ ਤਾੜਨਾ, ਜਮਾਂ ਵੱਲੋਂ ਮਿਲਦੀਆਂ ਸਜ਼ਾਵਾਂ, ਇਹ ਅਰਥ ਸਮਝਣੇ। ਸਾਸਨਾ ਤੋਂ ਰਹਿਤ ਹੋ ਗਏ, ਆਗਿਆ ਚਾਹੁੰਦੇ ਹਨ, ਇੱਛਾ ਰੱਖਦੇ ਨੇ, ਤੇ ਮਹਾਰਾਜ ਸਾਹਿਬ ਜੀ ਸ਼ੰਕਿਆਂ ਤੋਂ ਰਹਿਤ ਹੋ ਗਏ ਹਨ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸਨ ਨਾਲ, ਗੁਰੂ ਸਾਹਿਬ ਜੀ ਦੇ ਚਰਨੀ ਸਪਰਸ਼ ਕਰਨ ਨਾਲ ਕੀ ਪ੍ਰਾਪਤ ਹੁੰਦਾ ਹੈ? ਧਿਆਨ ਲਹੀਐ, ਪ੍ਰਭੂ ਦਾ ਧਿਆਨ ਹਿਰਦੇ ਦੇ ਵਿੱਚ ਪ੍ਰਾਪਤ ਕਰ ਲਈਦਾ ਹੈ। ਤੇ ਸਾਧ ਸੰਗਤ ਫਿਰ ਵੱਡੀ ਪ੍ਰਾਪਤੀ ਕੀ ਹੁੰਦੀ ਹੈ? ਪਉ ਮੁਕੈ। ਆ 84 ਲੱਖ ਜੂਨੀਆਂ ਦਾ ਜਿਹੜਾ ਪਉ ਹੈ ਨਾ, ਖਹਿੜਾ, ਇਹ ਮੁੱਕ ਜਾਂਦਾ ਹੈ। ਪਉ ਨਾਮ ਹੁੰਦਾ ਰਸਤੇ ਦਾ, ਮਾਰਗ ਪੰਧ ਦਾ, ਇਹ ਮੁੱਕ ਜਾਂਦਾ ਹੈ, ਜੰਮਣ ਮਰਨ ਆਉਣ ਜਾਣ ਦਾ ਰਸਤਾ। ਪਉ ਨਾਮ ਹੈ ਮੁਕਤੀ ਨੂੰ ਪ੍ਰਾਪਤ ਕਰ ਲਈਦਾ ਹੈ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕਹਿ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਪਰਸਨ ਕਰਕੇ ਅਭਉ, ਜਿਹੜਾ ਭਉ ਤੋਂ ਰਹਿਤ ਨਿਰਭਉ ਪਰਮਾਤਮਾ ਹੈ, ਉਹ ਲੱਭ ਜਾਂਦਾ ਹੈ। ਤੇ ਗਉ ਚੁਕਹਿ, ਗਉ ਨਾਮ ਹੈ ਗਮਨ ਦਾ, ਫੇਰੇ ਦਾ, ਆਉਣ ਜਾਣ ਦਾ ਫੇਰਾ 84 ਲੱਖ ਜੂਨਾਂ ਦਾ ਖਤਮ ਹੋ ਜਾਂਦਾ ਹੈ ਉਹਨਾਂ ਦਾ। ਇੱਕ ਬਿਨ ਦੁੱਗਣ ਜੋ ਤੌਰ ਹੈ, ਜਾਸ ਮੰਤਰ ਮਾਨਵੈ ਲਹੈ। ਜੇਕਰ ਇਹ ਮਨੁੱਖ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੇ ਮੰਤਰ ਨੂੰ ਲੈ ਲੈਣ, ਆਪਣੇ ਜੀਵਨ ਦੇ ਵਿੱਚ ਸਤਿਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰ ਲੈਣ, ਫਿਰ ਇਹ ਜੀਵ ਜਿਹੜੇ ਨੇ ਇੱਕ ਬਿਨ ਦੁੱਗਣ ਜੋ ਤੌਰ ਹੈ, ਇੱਕ ਵਾਹਿਗੁਰੂ ਸਾਹਿਬ ਤੋਂ ਬਿਨਾ ਜੋ ਦੁੱਗਣ, ਦੋ ਗੁਣ ਭਾਵ ਕਿ ਜੋ ਦੋ ਗਿਣਤੀ ਦੇ ਵਿੱਚ ਦਵੈਤ ਦੇ ਵਿੱਚ ਨਹੀਂ ਪੈਂਦੇ, ਉਹਦੇ ਵੱਲੋਂ ਤੌਰ ਹੈ, ਉਹਦੇ ਵੱਲੋਂ ਰਹਿ ਜਾਂਦੇ ਨੇ, ਦਵੈਤ ਵੱਲੋਂ ਹਟ ਜਾਂਦੇ ਨੇ, ਇੱਕ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਹੜਾ ਇਹ ਸਾਧ ਸੰਗਤ ਇੱਕ ਪ੍ਰਭੂ ਤੋਂ ਬਿਨਾ, ਜਿਹੜਾ ਜੰਮਣ ਮਰਨ ਦਾ, ਹਰਖ ਸੋਗ ਦਾ, ਖੁਸ਼ੀ ਗਮਾਂ ਦਾ ਇਹ ਦਵੰਦ ਹੈ ਨਾ, ਦੁੱਖ ਹੈ, ਇਹਦੇ ਤੋਂ ਰਹਿ ਜਾਂਦੇ ਹਨ। ਜਿਹੜੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਮੰਤਰ ਨੂੰ ਪ੍ਰਾਪਤ ਕਰ ਲੈਂਦੇ ਨੇ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ। ਇੰਨੇ ਜਿਹੜੇ ਪਦਾਰਥ ਸਤਿਗੁਰੂ ਸਾਹਿਬ ਜੀ ਦੇ ਪਹਿਲਾਂ ਦੱਸ ਦਿੱਤੇ ਨੇ, ਪ੍ਰਾਪਤ ਹੁੰਦੇ ਨੇ ਸਤਿਗੁਰੂ ਦੇ ਚਰਨੀ ਲੱਗਣ ਨਾਲ। ਇਹ ਇੰਨੇ ਜਿਹੜੇ ਪਦਾਰਥ ਨੇ, ਭੱਟ ਜਾਲਪ ਸਾਹਿਬ ਕਹਿ ਰਹੇ ਨੇ, ਸਾਰੇ ਮਿਲ ਜਾਂਦੇ ਹਨ। ਜਿਹੜਾ ਸਤਿਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰ ਲੈਂਦਾ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨੂੰ। ਇਤੜੇ ਜਿਹੜੇ ਇੰਨੇ ਕੁ ਪਦਾਰਥ ਤਾਂ ਕੀ, ਹੋਰ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲੱਗਣ ਕਰਕੇ। ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ। ਮਹਾਰਾਜ ਸਾਹਿਬ ਜੀ ਕੀ ਸਤਿਗੁਰੂ ਸਾਹਿਬ ਦੀ ਸਮਾਨਤਾ ਦੀ ਜਿਹੜੀ ਪੱਧਤੀ ਹੈ ਨਾ, ਇਹ ਬਰਾਬਰ ਕਰਦੇ ਨੇ ਭੱਟ ਸਾਹਿਬ। ਜਿਹੜਾ ਪਰਮਾਤਮਾ ਦਾ, ਸੱਚੇ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਸੰਗ੍ਰਹਿਣ ਕੀਤਾ, ਗ੍ਰਹਿਣ ਕੀਤਾ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਹਿਰਦੇ ਦੇ ਵਿੱਚ ਗ੍ਰਹਿਣ ਕੀਤਾ ਹੈ। ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੈ ਲਿਵ ਰਹਿਓ। ਤਾਂ ਤੇ ਭਾਵ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ, ਉਹਨਾਂ ਦੇ ਅੰਗਦ ਅੰਗ ਤੋਂ ਬਾਬਾ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਪ੍ਰਗਟ ਰੂਪ ਹੋਣਾ ਕੀਤਾ ਗੁਰੂ ਬਣ ਕਰਕੇ। ਸਾਰੀ ਫਿਰ ਅਵਸਥਾ ਸਾਰੀ ਉਮਰ ਹੀ ਤਾਸ ਚਰਨੈ ਲਿਵ ਰਹਿਓ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲਿਵ ਜੋੜ ਕੇ ਬਿਰਤੀ ਜੋੜ ਕੇ ਰੱਖੀ। ਮਹਾਰਾਜ ਸਾਹਿਬ ਜੀ ਦੇ ਸਨਮੁਖ ਰਹੇ ਤੇ ਨਾਮ ਦੀ ਇਹ ਬਖਸ਼ਿਸ਼ ਦਾਤ ਪ੍ਰਾਪਤ ਕੀਤੀ। ਉਹਨਾਂ ਦੇ ਅੰਗ ਸੰਗ ਅੰਗਦ ਹੀ ਬਣ ਗਏ। ਤਿਤ ਗੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ। ਉਸੇ ਕੁਲ ਦੇ ਵਿੱਚ ਹੀ ਭਾਵ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਗੁਰਤਾ ਗੱਦੀ ਵਾਲੀ ਕੁਲ ਦੇ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਨ। ਸਾਧ ਸੰਗਤ ਸਤਿਗੁਰੂ ਸਾਹਿਬ ਜੀ ਬੇਦੀ ਕੁਲ ਵਿੱਚ ਸਨ। ਗੁਰੂ ਅੰਗਦ ਦੇਵ ਸਾਹਿਬ ਜੀ ਤ੍ਰੇਹਣ ਸਨ। ਤੀਸਰੇ ਪਾਤਸ਼ਾਹ ਜੀ ਭੱਲੇ ਕੁਲ। ਪਰ ਇਹ ਸਾਰੀਆਂ ਕੁੱਲਾਂ ਪਹਿਲਾਂ ਇੱਕੋ ਕੁੱਲ ਤੋਂ ਹੀ ਚੱਲਦੀਆਂ ਨੇ ਸੰਸਾਰਕ ਤੌਰ 'ਤੇ। ਪਰ ਇਹ ਗੁਰੂ ਕੁੱਲ ਹੈ। ਗੁਰਤਾ ਗੱਦੀ ਦੇ ਵਿੱਚ ਇੱਕੋ ਕੁੱਲ ਹੀ ਹੋ ਗਈ। ਗੁਰੂ ਸਥਾਪਨ ਹੋਏ ਤਾਂ ਮਹਾਰਾਜ ਸਾਹਿਬ ਜੀ ਆਪ ਜੀ ਨੇ ਫਿਰ ਸਿੱਖਾਂ ਦੀਆਂ ਆਸਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਪੂਰਨ ਨਿਵਾਸ ਵਾਲੇ ਹੋ। ਆਸਾ ਨਿਵਾਸ ਜੋ ਸਿੱਖਾਂ ਦੀਆਂ ਆਸਾਂ ਸਨ ਉਹਨਾਂ ਵਿੱਚ ਆਪ ਜੀ ਨੇ ਘਰ ਕੀਤਾ, ਟਿਕਾਣਾ ਕੀਤਾ, ਉਹਨਾਂ ਦੀਆਂ ਆਸਾਂ ਪੂਰੀਆਂ। ਤਾਸ ਗੁਣ ਕਵਣ ਵਖਾਣੋ। ਆਪ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਵਖਾਣ ਕਥਨ ਕਰਾਂ। ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨ ਜਾਣੋ। ਜੋ ਅਗੰਮ ਰੂਪ ਗਮਤਾ ਤੋਂ ਰਹਿਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ, ਉਹਨਾਂ ਦੇ ਵਿੱਚ ਭਾਵ ਸਤਿਗੁਰੂ ਵਿੱਚ ਅਲੱਖ ਗੁਣ ਹਨ, ਲਖੇ ਨਹੀਂ ਜਾਂਦੇ। ਪਰਮਾਤਮਾ ਦੇ ਵਿੱਚ ਜੋ ਗੁਣ ਹੈ ਨਾ, ਪਰਮਾਤਮਾ ਵਾਲੇ ਗੁਣ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਹਨ। ਮਹਾਰਾਜ ਸਾਹਿਬ ਜੀ ਇਹਨਾਂ ਗੁਣਾਂ ਦਾ ਅੰਤ ਕੋਈ ਨਹੀਂ ਜਾਣ ਸਕਦਾ। ਬੋਹਿਥਿਓ ਵਿਧਾਤੈ ਨਿਰਮਇਓ ਸਭ ਸੰਗਤ ਕੁਲ ਉਦਰਨ। ਸਾਰੀਆਂ ਕੁੱਲਾਂ ਦੇ, ਸਾਰੀਆਂ ਸੰਗਤਾਂ ਦੇ ਉਦਰਨ ਤਾਰਨੇ ਵਾਸਤੇ, ਪਾਰ ਉਤਾਰਾ ਕਰਨ ਵਾਸਤੇ ਵਿਧਾਤੇ ਪ੍ਰਭੂ ਨੇ ਆਪ ਜੀ ਨੂੰ ਮਹਾਰਾਜ ਸਾਹਿਬ ਜੀ ਬੋਹਿਥਿਓ ਜਹਾਜ਼ ਰੂਪ ਨਿਰਮਿਓ ਪੈਦਾ ਕੀਤਾ ਹੈ ਸੰਸਾਰ ਵਿੱਚ। ਆਪ ਜਗਤ ਦੇ ਜਹਾਜ਼ ਹੋ। ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋ ਸਰਨ ਪਾ ਸਰਨ। ਭੱਟ ਕੀਰਤ ਸਾਹਿਬ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ ਜਗਤ ਤੋਂ ਉਦਰਨ ਵਾਸਤੇ, ਜਗਤ ਤੋਂ ਪਾਰ ਹੋਣ ਵਾਸਤੇ ਅਸੀਂ ਆਪ ਜੀ ਦੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਚਰਨ ਵਿੱਚ ਆਏ ਹਾਂ, ਸ਼ਰਨ ਵਿੱਚ ਆਏ ਹਾਂ। ਸ਼ਰਨਾਂ ਦੀ ਚਰਨਾਂ ਦੀ ਪਾਵਨ ਪਵਿੱਤਰ ਸ਼ਰਨ ਵਿੱਚ ਆਏ ਹਾਂ ਮਹਾਰਾਜ, ਤਰਾਹ ਤਰਾਹ ਕਰਦੇ ਹੋਏ। ਮਹਾਰਾਜ ਸਾਨੂੰ ਰੱਖ ਲਵੋ, ਰੱਖ ਲੈਣਾ ਕਰੋ, ਸਾਡੀ ਰੱਖਿਆ ਕਰਨੀ ਕਰੋ, ਸਾਡੀ ਰੱਖਿਆ ਕਰਨੀ ਕਰੋ। ਤਾਂ ਆਪ ਜੀ ਦੀ ਅਸੀਂ ਮਹਾਰਾਜ ਸ਼ਰਨ ਆਏ ਹਾਂ। ਤੁਸੀਂ ਜਗਤ ਤੋਂ ਪਾਰ ਉਤਾਰਾ ਕਰਨ ਵਾਸਤੇ ਜਹਾਜ਼ ਦੀ ਤਰ੍ਹਾਂ ਹੋ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਵਾਹਿਗੁਰੂ ਸਾਹਿਬ ਜੀ ਨੇ, ਜਿਹਦਾ ਕੋਈ ਆਕਾਰ ਹੀ ਨਹੀਂ ਹੈ, ਆਕਾਰ ਰੂਪ ਧਾਰਨ ਕਰਕੇ ਨਿਰਗੁਣ ਤੋਂ ਸਰਗੁਣ ਹੋ ਕਰਕੇ ਆਪਣੀ ਜੋਤ ਜਿਹੜੀ ਹੈ ਇਹ ਜਗਤ ਦੇ ਵਿੱਚ ਫੈਲਾਉਣਾ ਕੀਤਾ ਹੈ ਆਪ ਜੀ ਦੇ ਰੂਪ ਦੇ ਵਿੱਚ। ਜਹ ਜਹ ਕਹਿਤ ਹੈ ਭਰਪੂਰ ਸ਼ਬਦ ਦੀਪਕ ਦੀਪ ਆਇਓ। ਫਿਰ ਆਪ ਜੀ ਨੇ ਮਹਾਰਾਜ ਸਾਹਿਬ ਜੀ ਐਸਾ ਉਪਦੇਸ਼ ਦਾ ਸ਼ਬਦ ਦਾ ਦੀਪਕ ਦੀਵਾ ਜਿਹੜਾ ਹੈ ਦਿਪਾਇਓ, ਪ੍ਰਕਾਸ਼ਿਆ ਹੈ, ਬਾਲਿਆ ਹੈ ਕਿ ਹਰ ਜਗ੍ਹਾ 'ਤੇ ਆਪ ਜੀ ਮਹਾਰਾਜ ਸਿੱਖਾਂ ਵਾਸਤੇ ਜਿੱਧਰ ਕਿੱਧਰ ਵੀ ਪਰਮਾਤਮਾ ਨੂੰ ਪਰਿਪੂਰਨ ਕਰ ਦਿੱਤਾ ਹੈ। ਪਰਮਾਤਮਾ ਦਾ ਹੀ ਦਿਖਾਉਣਾ ਜਿਹੜਾ ਹੈ ਦਿਖਾ ਦਿੱਤਾ ਹੈ ਸਿੱਖਾਂ ਨੂੰ। ਨਿਰੰਕਾਰ ਦਾ ਜਹ ਕਹਿਤ ਹੈ ਭਰਪੂਰ, ਉਹਦੀ ਭਰਪੂਰਤਾ ਹਰ ਜਗ੍ਹਾ 'ਤੇ ਪਰਿਪੂਰਨ ਹੈ, ਇਹ ਸਿੱਖਾਂ ਨੂੰ ਜਣਾ ਦਿੱਤਾ ਹੈ। ਜਿਹ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਜਿਨ੍ਹਾਂ ਸਿੱਖਾਂ ਨੇ ਮਹਾਰਾਜ ਸਾਹਿਬ ਆਪ ਜੀ ਦਾ ਉਪਦੇਸ਼ ਭਲੀ ਪ੍ਰਕਾਰ ਗ੍ਰਹਿਣ ਕੀਤਾ, ਉਹਨਾਂ ਨੂੰ ਮਹਾਰਾਜ ਸਾਹਿਬ ਆਪ ਜੀ ਨੇ ਤਤ ਸ਼ੀਘਰ ਹੀ
ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦਿੱਤਾ ਹੈ, ਪ੍ਰਭੂ ਵਿੱਚ ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ। ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋ। ਮਹਾਰਾਜ ਸਾਹਿਬ ਜੀ ਆਪ ਜੀ ਨੇ ਸੱਚੇ ਪਾਤਸ਼ਾਹ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਮਿਲੇ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਬਾਬੇ ਲਹਿਣੇ ਤੋਂ ਗੁਰੂ ਅੰਗਦ ਬਣ ਗਏ। ਇਸੇ ਤਰ੍ਹਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ ਹੋ। ਉਹਨਾਂ ਦੀ ਕੁਲ ਦੇ ਵਿੱਚ ਆਪ ਜੀ ਨਿਰਮਲ ਅਵਤਾਰ ਹੋਏ। ਉਹਨਾਂ ਦੀ ਨਿਰਮਲ ਕੁਲ ਦੇ ਵਿੱਚ ਗੁਰਤਾ ਗੱਦੀ ਦੇ ਉੱਪਰ ਮਹਾਨ ਨਿਰਮਲ ਕੁਲ ਦੇ ਵਿੱਚ ਤੁਸੀਂ ਉਤਰੇ ਹੋ। ਨਾਨਕ ਕੁਲ ਨਿਰਮਲ ਅਵਤਰਿਓ। ਗੁਰੂ ਨਾਨਕ ਦੀ ਕੁਲ ਵਿੱਚ ਨਿਰਮਲ ਅਵਤਾਰ ਹੋ ਤੁਸੀਂ। ਅੰਗਦ ਲਹਿਣੇ ਸੰਗ ਹੋ। ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਦੇ ਨਾਲ ਮਿਲ ਕਰਕੇ ਤੀਸਰੇ ਪਾਤਸ਼ਾਹ ਬਣੇ ਹੋ। ਗੁਰ ਅਮਰਦਾਸ ਤਾਰਨ ਤਰਨ ਜਨਮ ਪਾ ਸ਼ਰਨ ਤੋ। ਸ੍ਰੀ ਗੁਰੂ ਅਮਰਦਾਸ ਸਾਹਿਬ ਆਪ ਜੀ ਸੰਸਾਰ ਦੇ ਵਿੱਚ ਤਾਰਨ ਤਰਨ ਭਾਵ ਕਿ ਸੰਸਾਰ ਨੂੰ ਤਾਰਨ ਵਾਸਤੇ ਤਰਨ ਜਹਾਜ਼ ਦੀ ਤਰ੍ਹਾਂ ਹੋ। ਅਸੀਂ ਆਪ ਜੀ ਦੀ ਮਹਾਰਾਜ ਸਾਹਿਬ ਜੀ ਜਨਮਾਂ ਜਨਮਾਤਰਾਂ ਤੋਂ ਹੀ ਜਨਮਾਂ ਜਨਮਾਤਰਾਂ ਵਿਖੇ ਹਰੇਕ ਜਨਮ ਦੇ ਵਿੱਚ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ। ਕਿਰਪਾ ਕਰਕੇ ਸਾਨੂੰ ਵੀ ਮਹਾਰਾਜ ਸਾਹਿਬ ਜੀ ਤਾਰ ਲੈਣਾ ਕਰੋ, ਬਖਸ਼ਿਸ਼ ਕਰੋ, ਸੰਸਾਰ ਤੋਂ ਭਲਾ ਕਰੋ ਸਾਡਾ। ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖ ਹੈ। ਮਹਾਰਾਜ ਸਾਹਿਬ ਫਿਰ ਆਪ ਜੀ ਦੇ ਦਰਸ਼ਨਾਂ ਨੂੰ ਹੀ ਦੇਖ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜਿਹੜੇ ਆਪ ਜੀ ਦੇ ਸਿੱਖ ਨੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ? ਗੁਰਸਿੱਖਾਂ ਨੂੰ ਜਪ ਤਪ ਸਤ ਸੰਤੋਖ ਸਾਰੇ ਜਿਹੜੇ ਸ਼ੁਭ ਗੁਣ ਨੇ ਇਹਨਾਂ ਦਾ ਫਲ ਪ੍ਰਾਪਤ ਹੋ ਜਾਂਦਾ। ਇਹਨਾਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਸ਼ੁਭ ਗੁਣਾਂ ਦੀ, ਜਿਹੜੇ ਗੁਰਸਿੱਖ ਆਪ ਜੀ ਦਾ ਦਰਸ਼ਨ ਕਰਦੇ ਹਨ। ਸਰਨ ਪਰਹਿ ਤੇ ਉਬਰ ਹੈ ਛੋੜ ਜਮਪੁਰ ਕੀ ਲਿਖ ਹੈ। ਜਿਹੜੇ ਗੁਰੂ ਅਮਰਦਾਸ ਸਾਹਿਬ ਤੁਹਾਡੀ ਸ਼ਰਨ ਪੈ ਗਏ ਨੇ, ਸ਼ਰਧਾ ਨਾਲ ਉਹ ਸੰਸਾਰ ਸਾਗਰ ਤੋਂ ਉਭਰੇ ਫਿਰ ਤਰ ਜਾਂਦੇ ਨੇ। ਅਤੇ ਆਹ ਮਹਾਰਾਜ ਸਾਹਿਬ ਜਿਹੜੀ ਜਮਾਂ ਦੀ ਪੁਰੀ ਦਾ ਹਿਸਾਬ ਕਿਤਾਬ ਹੈ, ਲੇਖਾ ਹੈ, ਇਹ ਉਹਨਾਂ ਗੁਰਸਿੱਖਾਂ ਦੇ ਕੋਲੋਂ ਕੋਈ ਨਹੀਂ ਪੁੱਛਿਆ ਜਾਂਦਾ। ਸਾਰਾ ਹਿਸਾਬ ਕਿਤਾਬ ਮੁੱਕ ਜਾਂਦਾ ਹੈ। ਪਰਚੇ ਉਹਨਾਂ ਦੇ ਹਿਸਾਬ ਕਿਤਾਬ ਦੇ ਪਾੜ ਜਾਂਦੇ ਨੇ, ਪ੍ਰਭੂ ਦੀ ਦਰਗਾਹ ਵਿੱਚ ਮਾਫੀ ਹੋ ਜਾਂਦੀ ਹੈ। ਜਿਹੜੇ ਗੁਰਸਿੱਖ ਤੁਹਾਡੀ ਸ਼ਰਨ ਆਉਂਦੇ ਹਨ। ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦਾ ਹਿਰਦਾ ਪ੍ਰੇਮਾ ਭਗਤੀ ਕਰਕੇ, ਪ੍ਰੇਮ ਭਾਅ ਕਰਕੇ ਭਰਪੂਰ ਹੈ, ਭਰਿਆ ਹੋਇਆ ਹੈ। ਅਤੇ ਹਿਰਦੈ ਉਚਰੈ ਕਰਤਾਰੈ, ਅਤੇ ਬਾਣੀ ਕਰਕੇ ਵੀ ਮਹਾਰਾਜ ਸਾਹਿਬ ਆਪ ਜੀ ਕਰਤਾਰ ਨੂੰ ਹਿਰਦੇ ਤੋਂ ਉਚਾਰਦੇ ਰਹਿੰਦੇ, ਉਹਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹੋ। ਗੁਰ ਗਹੁਰ ਦਰਿਆਓ ਪਲਕ ਡੁਬੰਤੈ ਤਾਰੈ। ਸ੍ਰੀ ਗੁਰੂ ਅਮਰਦਾਸ ਸਾਹਿਬ ਆਪ ਜੀ ਮੋਤੀ ਦੀ ਤਰ੍ਹਾਂ ਗਹੁਰ ਸ਼ੁੱਧ ਹੋ। ਫਿਰ ਆਪ ਜੀ ਦਰਿਆਓ ਦਰਵੀ ਭੂਤ ਹੋ, ਕਿਰਪਾਲੂ ਹੋ, ਦਿਆਲੂ ਹੋ ਮਹਾਰਾਜ ਸਾਹਿਬ ਜੀ। ਅਤੇ ਫਿਰ ਮਹਾਰਾਜ ਸਾਹਿਬ ਜੀ ਆਪ ਜੀ ਇਹ ਸੰਸਾਰ ਰੂਪੀ ਸਾਗਰ ਤੋਂ, ਡੂੰਘੇ ਸਮੁੰਦਰ ਤੋਂ ਪਲਕ ਡੁਬੰਤੈ ਤਾਰੈ। ਡੁੱਬਦਿਆਂ ਹੋਇਆਂ ਨੂੰ ਮਹਾਰਾਜ ਸਾਹਿਬ ਜੀ ਦਿਆਲਤਾ ਕਰਕੇ ਪਲ ਦੇ ਵਿੱਚ ਹੀ, ਛਿਣ ਦੇ ਵਿੱਚ ਹੀ ਆਪ ਜੀ ਤਾਰ ਦਿੰਦੇ ਆਪਣੇ ਸਿੱਖਾਂ 'ਤੇ ਕਿਰਪਾ ਕਰਕੇ। ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੁਲ ਦੇ ਵਿੱਚ, ਨਿਰਮਲ ਕੁਲ ਦੇ ਵਿੱਚ ਮਹਾਰਾਜ ਸਾਹਿਬ ਆਪ ਜੀ ਅਵਤਰਿਓ ਪ੍ਰਗਟ ਹੋਏ ਹੋ। ਅਤੇ ਪਰਮਾਤਮਾ ਦੇ ਗੁਣਾਂ ਨੂੰ ਮਹਾਰਾਜ ਸਾਹਿਬ ਜੀ ਆਪ ਜੀ ਉਚਾਰਨ ਕਰਨ ਵਾਲੇ ਹੋ, ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ। ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਾਰਿਦਰ ਪਰ ਹਰ ਪਰੈ। ਕੀਰਤ ਭੱਟ ਕਹਿੰਦੇ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ, ਉਹਨਾਂ ਦੇ ਦੁੱਖ ਵੀ ਸਾਧ ਸੰਗਤ ਖਤਮ ਹੋ ਗਏ, ਉਹਨਾਂ ਦੀ ਦਰਿਦਰ ਗਰੀਬੀ ਵੀ ਚਲੀ ਗਈ। ਉਹਨਾਂ ਨੇ ਸਾਧ ਸੰਗਤ ਜਿਹੜੇ ਪਰ ਭਲੀ ਪ੍ਰਕਾਰ ਜਿਹੜੇ ਆਹ ਦੁੱਖ ਨੇ ਇਹਨਾਂ ਨੂੰ ਨਾਸ਼ ਕਰ ਦਿੱਤਾ ਹੈ ਚੰਗੀ ਤਰ੍ਹਾਂ। ਦੁਬਾਰਾ ਉਹਨਾਂ ਨੂੰ ਦੁੱਖ ਨਹੀਂ ਕਦੇ ਵੀ ਪ੍ਰਾਪਤ ਹੋਏ। ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਭੇ ਨਾ ਸਕੋ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ, ਮੈਂ ਆਪਣੇ ਚਿੱਤ ਦੇ ਵਿੱਚ ਚਿਤਵਦਾ ਹਾਂ, ਵਿਚਾਰਦਾ ਹਾਂ, ਸੋਚਦਾ ਹਾਂ ਵਾਰ-ਵਾਰ ਕਿ ਗੁਰੂ ਸਾਹਿਬ ਜੀ ਦੇ ਸਨਮੁਖ ਅੱਗੇ ਅਰਦਾਸ ਕਰਾਂ, ਬੇਨਤੀ ਕਰਾਂ। ਪਰ ਮੈਂ ਸੋਚਦਾ ਹੋਇਆ ਵੀ ਕਹਿ ਭੇ ਨਾ ਸਕੋ, ਆਖ ਕੁਝ ਨਹੀਂ ਸਕਦਾ, ਬੇਨਤੀ ਨਹੀਂ ਕਰ ਸਕਦਾ। ਭਾਵ ਇੰਨਾ ਆਪ ਜੀ ਦਾ ਤੇਜ ਪ੍ਰਤਾਪ ਹੈ। ਅਤੇ ਦੂਜਾ ਇਹ ਸਮਝਦਾ ਕਿ ਤੁਸੀਂ ਤਾਂ ਮਹਾਰਾਜ ਸਾਹਿਬ ਅੰਤਰਜਾਮੀ ਹੋ। ਮਹਾਰਾਜ ਸਾਹਿਬ ਜੀ ਤੁਸੀਂ ਤਾਂ ਅੰਤਰਜਾਮਤਾ ਵਾਲੇ ਹੋ, ਆਪ ਜੀ ਪ੍ਰਭੂ ਸਰੂਪ ਹੋ। ਸਰਬ ਚਿੰਤ ਤੁਝ ਪਾਸ, ਸਾਧ ਸੰਗਤ ਹੋ ਤਕੋ। ਸ੍ਰੀ ਗੁਰੂ ਅਮਰਦਾਸ ਸਾਹਿਬ ਆਪ ਜੀ ਨੂੰ ਤੇ ਸਾਰੀ ਚਿੰਤਾ ਹੈ ਸਾਡੀ ਜੀਵਾਂ ਦੀ। ਆਪ ਜੀ ਸਾਡੀ ਸਾਰੀ ਚਿੰਤਾ ਸਾਰ ਰੱਖਦੇ ਹੋ। ਮਹਾਰਾਜ ਸਾਹਿਬ ਜੀ ਫਿਰ ਅਸੀਂ ਆਪ ਜੀ ਦੀ ਸੰਗਤ ਨੂੰ, ਸਤ ਸੰਗਤ ਦੇ ਆਸਰੇ ਨੂੰ ਤੱਕਦੇ ਪਏ ਹਾਂ। ਤੇਰਾ ਹੁਕਮ ਪਵੈ ਨਿਸ਼ਾਨ, ਤੋ ਕਰੋ ਸਾਹਿਬ ਕੀ ਸੇਵਾ। ਜੇਕਰ ਤੇਰੇ ਹੁਕਮ ਦਾ ਮਹਾਰਾਜ ਸਾਡੇ ਮੱਥੇ ਦੇ ਵਿੱਚ ਕੋਈ ਨਿਸ਼ਾਨ ਚਿੰਨ੍ਹ ਪੈ ਜਾਵੇ ਨਾ, ਲੇਖ ਲਿਖਿਆ ਜਾਵੇ, ਫਿਰ ਮੈਂ ਆਪ ਜੀ ਦੀ ਸੇਵਾ ਕਰਾਂ। ਇਹ ਵੱਡੇ ਭਾਗਾਂ ਨਾਲ ਹੀ ਸਤਿਗੁਰਾਂ ਦੀ ਸੇਵਾ ਮਿਲਦੀ ਹੈ। ਇੱਥੇ ਇਹ ਭਾਵ ਕਹਿ ਰਹੇ ਨੇ ਭੱਟ ਸਾਹਿਬ ਕਿ ਤੁਹਾਡੀ ਜੇ ਕਿਰਪਾ ਹੋਵੇ, ਮੇਰੇ ਮੱਥੇ 'ਤੇ ਨਿਸ਼ਾਨ ਪੈ ਜਾਏ, ਚਿੰਨ੍ਹ ਬਣ ਜਾਏ, ਲੇਖ ਬਣ ਜਾਏ, ਮੈਂ ਤੁਹਾਡੀ ਸੇਵਾ ਰੱਜ ਕੇ ਕਰਾਂ, ਤੁਹਾਡੇ ਸੰਗਤਾਂ ਦੀ, ਤੁਹਾਡੇ ਦਰਬਾਰ ਦੀ। ਜਬ ਗੁਰ ਦੇਖੈ ਸੁਭ ਦਿਸ਼ਟ, ਨਾਮ ਕਰਤਾ ਮੁਖ ਮੇਵਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜਦੋਂ ਆਪਣੀ ਸ਼ੁਭ ਦ੍ਰਿਸ਼ਟੀ ਨਾਲ, ਕਿਰਪਾ ਭਰੀ ਦ੍ਰਿਸ਼ਟੀ ਨਾਲ ਤੁਸੀਂ ਦੇਖਦੇ ਹੋ ਤਾਂ ਕੀ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਸਾਹਿਬ ਜੀ ਫਿਰ ਨਾਮ ਕਰਤਾ ਮੁਖ ਮੇਵਾ, ਮੇਵੇ ਦੀ ਤਰ੍ਹਾਂ ਜਿਹੜਾ ਸਵਾਦ, ਫਲ ਜਿਹੜਾ ਹੈ ਨਾ, ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ, ਕਰਤੇ ਪੁਰਖ ਦਾ। ਜਾਂ ਨਾਮ ਕਰਤਾ ਮੁਖ ਮੇਵਾ, ਪ੍ਰਭੂ ਦਾ ਨਾਮ ਸਵਾਦ ਲੱਗਦਾ ਹੈ ਮੇਵਿਆਂ ਦੀ ਤਰ੍ਹਾਂ। ਮੇਵਾ ਜਿਹੜਾ ਪ੍ਰਭੂ ਦਾ ਨਾਮ ਫਿਰ ਮੇਵਾ ਸਮਾਉਂਦਾ ਹੈ, ਰਸਨਾ ਦੇ ਦੁਆਰਾ ਜਪਿਆ ਹੋਇਆ ਹਿਰਦੇ ਦੇ ਵਿੱਚ ਟਿਕ ਜਾਂਦਾ ਹੈ ਜਦੋਂ ਤੁਸੀਂ ਆਪਣੀ ਸ਼ੁਭ ਦ੍ਰਿਸ਼ਟੀ ਨਾਲ ਦੇਖਦੇ ਹੋ। ਅਗਮ ਅਲਖ ਕਾਰਨ ਪੁਰਖ, ਜੋ ਫਰਮਾਵੈ ਸੋ ਕਹੋ। ਹੇ ਕਾਰਨ ਪੁਰਖ ਪਰਮਾਤਮਾ ਦੇ ਅਵਤਾਰ, ਵਾਹਿਗੁਰੂ ਦੇ ਸਰੂਪ, ਅਲਖ ਗੁਣਾਂ ਵਾਲੇ, ਆਗਮ ਗਮਤਾ ਤੋਂ ਰਹਿਤ, ਆਗਮ ਗਮ ਤੋਂ ਰਹਿਤ, ਖੌਫ ਤੋਂ ਰਹਿਤ ਗੁਰੂ ਅਮਰਦਾਸ ਸਾਹਿਬ ਜੋ ਆਪ ਜੀ ਫਰਮਾਉਂਦੇ ਹੋ, ਉਹੀ ਮਹਾਰਾਜ ਸਾਹਿਬ ਅਸੀਂ ਕਹਿੰਦੇ ਹਾਂ ਸੋ ਕਹੋ। ਉਹੋ ਹੀ ਕਹਿ ਰਹੇ ਹਾਂ ਆਪ ਜੀ ਦੇ, ਜੋ ਸਤਿਗੁਰੂ ਸਾਨੂੰ ਪ੍ਰੇਰਨਾ ਦੇ ਕੇ ਸਾਡੇ ਤੋਂ ਕਹਾ ਰਹੇ ਹੋ। ਗੁਰ ਅਮਰਦਾਸ ਕਾਰਨ ਕਰਨ, ਜਿਵ ਤੂੰ ਰਖੈ ਤਿਵ ਰਹੋ। ਮਹਾਰਾਜ ਸਾਹਿਬ ਜੀ ਆਪ ਜੀ ਤਾਂ ਸਾਰੇ ਕਾਰਨਾਂ ਦੇ ਕਾਰਜ ਰੂਪ ਹੋ, ਕਾਰਜ ਕਰਨ ਵਾਲੇ ਹੋ। ਸਤਿਗੁਰੂ ਜਿਵੇਂ ਆਪ ਜੀ ਸਾਨੂੰ ਤੁਸੀਂ ਰੱਖਦੇ ਹੋ, ਉਵੇਂ ਆਪ ਜੀ ਦੀ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਸ਼ਰਨ ਵਿੱਚ ਰਹਿੰਦੇ ਹਾਂ। ਭਿੱਖੇ ਕੇ ਇਹ ਜਿਹੜੇ ਸਾਧ ਸੰਗਤ ਹੁਣ ਭੱਟ ਭਿੱਖੇ ਜੀ ਦੇ ਜਿਹੜੇ ਸਵਈਏ ਅੱਗੇ ਆ ਰਹੇ ਨੇ, ਦੋ ਅਗਲੇ ਭੱਟ ਭਿੱਖਾ ਜੀ ਕਹਿ ਰਹੇ ਹਨ। ਇੱਥੇ ਭਿੱਖੇ ਕੇ ਪਹਿਲਾ ਸ਼ਬਦ ਲਿਖਿਆ ਹੋਇਆ, ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੇ। ਭੱਟ ਭਿੱਖਾ ਜੀ ਆਪਣੇ ਸਾਥੀਆਂ ਨੂੰ ਕਹਿੰਦੇ, ਗੁਰੂ ਅਮਰਦਾਸ ਸਾਹਿਬ ਜੀ ਦਾ ਬਖਸ਼ਿਆ ਹੋਇਆ ਜਿਹੜਾ ਗਿਆਨ ਹੈ ਅਤੇ ਸਤਿਗੁਰੂ ਸਾਹਿਬ ਜੀ ਧਿਆਨ ਬਖਸ਼ਿਸ਼ ਕਰਕੇ, ਜਾਂ ਸਤਿਗੁਰੂ ਦਾ ਜਿਹੜਾ ਧਿਆਨ ਧਾਰਨਾ ਹੈ, ਇਹ ਤਤ ਸਿਉ ਤਤ ਮਿਲਾਵੇ। ਇਹ ਜੀਵ ਨੂੰ ਪਰਮਾਤਮਾ ਦੇ ਨਾਲ ਬਖਸ਼ਿਸ਼ ਕਰ ਦਿੰਦਾ ਹੈ, ਮਿਲਾ ਦਿੰਦਾ ਹੈ, ਅਭੇਦ ਕਰ ਦਿੰਦਾ ਹੈ। ਸੱਚ ਸੱਚ ਜਾਣੀਐ, ਇੱਕ ਚਿਤੈ ਲਿਵ ਲਾਵੇ। ਜੋ ਇੱਕ ਇਕਾਗਰ ਚਿਤ ਹੋ ਕਰਕੇ ਮਨ ਦੀ ਟਿਕਾਓ ਨਾਲ ਆਪਣੇ ਬਿਰਤੀ ਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ, ਲਿਵ ਦੇ ਵਿੱਚ ਜੋੜਦਾ ਹੈ, ਉਹ ਗੁਰਸਿੱਖ, ਉਹ ਪਿਆਰਾ ਪ੍ਰਭੂ ਦਾ, ਸਤਿਗੁਰੂ ਦਾ ਪ੍ਰੇਮੀ ਸਿੱਖ ਕੀ ਪ੍ਰਾਪਤ ਕਰਦਾ ਹੈ? ਸੱਚ ਸੱਚ ਜਾਣੀਐ। ਇੱਕ ਪਰਮਾਤਮਾ ਦੇ ਸੱਚ ਸਰੂਪ ਨੂੰ ਫਿਰ ਸੱਚ ਜਾਣ ਲੈਂਦਾ ਹੈ ਕਿ ਪ੍ਰਭੂ ਹੀ ਸੱਚ ਹੈ, ਬਾਕੀ ਸਭ ਸੰਸਾਰ ਵਿਅਰਥ ਝੂਠਾ ਹੈ। ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨਾ ਧਾਵੈ। ਕਾਮ ਕ੍ਰੋਧ ਆਦਿਕ ਜਿਹੜੇ ਵਿਸ਼ੇ ਨੇ, ਹੰਕਾਰ ਆਦਿਕ ਨੂੰ ਸਾਰਿਆਂ ਨੂੰ ਹੀ ਫਿਰ ਵਸ ਵਿੱਚ ਵਸੀਕਾਰ ਕਰ ਲੈਂਦਾ ਹੈ। ਅਤੇ ਫਿਰ ਪਵਨ ਉਡੰਤ ਨਾ ਧਾਵੈ। ਪਵਨ ਜਿਹੜੀ ਆ ਵਾਸ਼ਨਾ ਹੈ ਨਾ, ਇਹਦੇ ਉਡੰਤ ਉਡਾਇਆ, ਫਿਰ ਭਟਕਾਇਆ ਮਨ ਜਿਹੜਾ ਹੈ ਫਿਰ ਕਦੀ ਦੌੜਦਾ ਨਹੀਂ ਹੈ, ਉੱਡਦਾ ਨਹੀਂ ਫਿਰ ਵਿਸ਼ਿਆਂ ਦੇ ਪਿੱਛੇ, ਵਾਸ਼ਨਾਵਾਂ ਦੇ ਪਿੱਛੇ। ਨਿਰੰਕਾਰ ਕੈ ਵਸੈ ਦੇਸ, ਹੁਕਮ ਬੁਝ ਵਿਚਾਰ ਪਾਵੈ।
ਫਿਰ ਅੰਤ ਨੂੰ ਫਿਰ ਐਸਾ ਗੁਰਸਿੱਖ ਸਤਿਗੁਰੂ ਦੇ ਉਪਦੇਸ਼ 'ਤੇ ਚੱਲਣ ਵਾਲਾ ਭੱਟ ਭਿੱਖਾ ਜੀ ਕਹਿੰਦੇ ਨੇ ਨਿਰੰਕਾਰ ਦੇ ਦੇਸ਼ ਵਿੱਚ ਹੀ ਵਸਣ ਲੱਗਦਾ ਹੈ, ਜੀਵਨ ਮੁਕਤ ਹੋ ਜਾਂਦਾ, ਜੀਵਦੇ ਜੀ ਹੀ ਉਹ ਜਿਹੜਾ ਸਤਿਗੁਰੂ ਸਾਹਿਬ ਮਹਾਰਾਜ ਸਾਹਿਬ ਦੇ ਹੁਕਮ ਬੁੱਝ ਵਿਚਾਰ ਪਾਵੇ। ਜੀਵਨ ਅਵਸਥਾ ਦੇ ਵਿੱਚ ਹੁਕਮ ਨੂੰ ਬੁੱਝਣ ਰੂਪ ਦੀ ਵਿਚਾਰ ਨੂੰ ਪਾਉਂਦਾ ਹੈ, ਸਤਿਗੁਰੂ ਦੇ ਹੁਕਮ ਨੂੰ ਜਿਹੜਾ ਜਾਣਦਾ ਹੈ, ਹੁਕਮ ਦੇ ਅਨੁਸਾਰ ਚੱਲਦਾ ਹੈ, ਉਹ ਪ੍ਰਭੂ ਦੇ ਦੇਸ਼ ਵਿੱਚ ਹੀ ਵਸਦਾ ਹੈ। ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ। ਕਲਯੁਗ ਦੇ ਸਮੇਂ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਰਤੇ ਪੁਰਖ ਦਾ ਰੂਪ ਹਨ, ਪ੍ਰਭੂ ਦਾ ਹੀ ਸਰੂਪ ਹਨ ਗੁਰੂ ਅਮਰਦਾਸ ਸਾਹਿਬ ਜੀ, ਜੋ ਕਰਤਾ ਪੁਰਖ ਪਰਮਾਤਮਾ ਹੈ। ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਉਹਦਾ ਸਰੂਪ ਹਨ। ਪਰ ਇਹ ਜਾਣਦਾ ਕੌਣ ਹੈ? ਸੋ ਜਾਣੈ ਜਿਨ ਕਿਛ ਕੀਓ। ਜਾਣਦੇ ਉਹ ਹੀ ਨੇ ਜਿਨ੍ਹਾਂ ਨੇ ਕੁਝ ਅਵਸਥਾ ਬਣਾਈ ਹੈ ਆਪਣੀ, ਕੁਝ ਸਾਰੀ ਉਮਰ ਕੋਈ ਜਪ ਤਪ ਕੀਤਾ, ਸੇਵਾ ਕੀਤੀ, ਸਿਮਰਨ ਕੀਤਾ, ਨਾਮ ਜਪਿਆ, ਬਾਣੀ ਪੜ੍ਹੀ ਹੈ। ਉਹ ਹੀ ਜਾਣਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਤਾਂ ਸੱਚੇ ਪਾਤਸ਼ਾਹ ਜਗਤ ਨੂੰ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹਨ। ਮਹਾਰਾਜ ਸਾਹਿਬ ਜੀ ਦੇ ਵਿੱਚ ਪ੍ਰਭੂ ਵਿੱਚ ਕੋਈ ਭੇਦ ਨਹੀਂ ਹੈ, ਅਭੇਦ ਰੂਪ ਹਨ। ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ। ਭਿੱਖਾ ਭਾਟ ਜੀ ਕਹਿੰਦੇ ਆਪਣੇ ਸਾਥੀ ਭੱਟਾਂ ਨੂੰ, ਆਪਣੇ ਸਾਥੀਆਂ ਨੂੰ ਕਹਿੰਦੇ ਹੈ ਭੱਟੋ, ਉਹੀ ਪਰਮਾਤਮਾ ਸਰੂਪ ਵਾਹਿਗੁਰੂ ਦੇ ਅਵਤਾਰ ਹੀ ਕਲਯੁਗ ਦੇ ਵਿੱਚ ਸਾਨੂੰ ਗੁਰੂ ਰੂਪ ਹੋ ਕਰਕੇ ਮਿਲੇ ਹਨ। ਪ੍ਰਭੂ ਸਾਨੂੰ ਗੁਰੂ ਰੂਪ ਹੋ ਕੇ ਤੀਸਰੇ ਪਾਤਸ਼ਾਹ ਵਿੱਚ ਆ ਗੁਰੂ ਸਰੂਪ ਦੇ ਵਿੱਚ ਮਿਲੇ ਹਨ। ਅਤੇ ਜਿਸ ਨੇ ਸਹਿਜ ਰੰਗ ਦਰਸ਼ਨ ਦਿਓ, ਜਿਨ੍ਹਾਂ ਨੇ ਸਹਿਜ ਰੰਗ ਵਿੱਚ ਆਨੰਦ ਸਹਿਤ ਸੁਤੇ ਸਿੱਧੀ ਸਾਨੂੰ ਆਨੰਦ ਦੇ ਸਹਿਤ ਦਰਸ਼ਨ ਦੇਣੇ ਕੀਤੇ ਹਨ। ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿਠੇ। ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਪੰਜਵੇਂ ਪਾਤਸ਼ਾਹ ਸਾਹਿਬ ਦੇ ਅੱਗੇ ਬੇਨਤੀ ਕਰ ਰਹੇ ਨੇ ਭੱਟ। ਗਰੀਬ ਨਵਾਜ ਸਾਹਿਬ ਜੀ, ਅਸੀਂ ਬਹੁਤ ਜ਼ਿਆਦਾ ਸੰਤਾਂ ਨੂੰ ਲੱਭਿਆ, ਲੱਭਦੇ ਰਹੇ, ਕਦੀ ਕਿਸੇ ਕੋਲ ਗਏ, ਕਦੀ ਕਿਸੇ ਕੋਲ ਗਏ। ਬੜੇ ਮਹਾਰਾਜ ਸਾਹਿਬ ਜੀ ਸ਼ਾਂਤ ਆਤਮਾ ਨੂੰ, ਮਹਾਂਪੁਰਸ਼ਾਂ ਨੂੰ ਟੋਲ ਲੱਭਣਾ ਕੀਤਾ ਹੈ। ਰਹਿਓ ਸੰਤ ਹੋਂ ਟੋਲ, ਲੱਭਦੇ ਰਹੇ ਸੰਤਾਂ ਨੂੰ। ਸਾਧ ਬਹੁ ਤੇਰੇ ਡਿਠੇ, ਬੜਿਆਂ ਨੂੰ ਅਸੀਂ ਦੇਖਣਾ ਕੀਤਾ, ਬੜੇ ਸਾਧੂ ਵੇਖੇ, ਬਥੇਰੇ ਦੇਖੇ, ਪਰ ਮਨ ਦੇ ਵਿੱਚ ਅਸੀਂ ਸਾਰੇ ਥੱਕ ਗਏ, ਕਿਉਂਕਿ ਸਾਡੇ ਸ਼ਾਂਤੀ ਸਾਨੂੰ ਪ੍ਰਾਪਤ ਨਹੀਂ ਹੋਈ, ਕਿਤੇ ਟਿਕਾ ਪੈਦਾ ਨਹੀਂ ਹੋਇਆ। ਸਾਰੇ ਸਾਧ ਸੀ, ਖਾ ਪੀ ਕੇ ਸੌਣ ਵਾਲੇ, ਕਮਾਈ ਵਾਲਾ ਕੋਈ ਨਹੀਂ ਮਿਲਿਆ। ਪੂਰਨ ਬ੍ਰਹਮ ਗਿਆਨੀ ਜਿਹੜਾ ਸਾਡਾ ਉਧਾਰ ਕਰ ਸਕੇ ਐਸਾ ਕੋਈ ਨਹੀਂ ਮਿਲਿਆ। ਪਖੰਡੀ ਬਥੇਰੇ, ਸੰਨਿਆਸੀ ਤਪਸੀ ਹੈ ਮੁਖੋ ਇਹ ਪੰਡਤ ਮਿੱਠੇ। ਸੰਨਿਆਸ ਧਾਰਨ ਕਰਨ ਵਾਲੇ, ਘਰ ਬਾਰ ਛੱਡ ਕਰਕੇ ਤੀਰਥਾਂ 'ਤੇ ਰਹਿਣ ਵਾਲੇ, ਤਪੱਸਿਆ ਕਰਨ ਵਾਲੇ, ਅਤੇ ਮੁੱਖ ਤੋਂ ਬੜੇ ਭੇਖੀ ਜਿਹੜੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਗਿਆਨ ਦੀਆਂ, ਇਹ ਵੀ ਬੜੇ ਵੇਖੇ ਅਸੀਂ। ਇਹ ਪੰਡਤ ਲੋਕ ਵੀ ਬੜੇ ਵੇਖੇ, ਗੱਲਾਂ ਚੰਗੀਆਂ ਕਰਦੇ ਪਰ ਸਾਰੇ ਅੰਦਰੋਂ ਲੋਭੀ, ਮੂੰਹ ਤੋਂ ਤਾਂ ਰਾਮ ਰਾਮ ਅਤੇ ਬਗਲ ਵਿੱਚ ਛੁਰੀ ਰੱਖਣ ਵਾਲੇ ਸਨ ਐਸੇ ਲੋਕ। ਬਰਸ ਏਕ ਹਉ ਫਿਰਿਓ ਕਿਨੈ ਨਹੁ ਪਰਚੋ ਲਾਇਓ। ਹਉ 1 ਸਾਲ ਮੈਂ ਫਿਰਦਾ ਰਿਹਾ ਹਾਂ, ਕਿਧਰੇ ਵੀ ਕੋਈ ਪੂਰਨ ਮਹਾਤਮਾ ਸੰਤ ਰੂਪ ਨਹੀਂ ਮੈਨੂੰ ਮਿਲਿਆ ਜਿਹੜਾ ਸਾਡੇ ਇਸ ਪਰਚੇ ਨੂੰ, ਪ੍ਰੇਮ ਨੂੰ ਵਾਹਿਗੁਰੂ ਸਾਹਿਬ ਦੇ ਨਾਲ ਲਾਇਓ ਲਾ ਦੇਵੇ। ਕਿਸੇ ਨੇ ਵੀ ਸਾਡਾ ਪ੍ਰੇਮ ਪ੍ਰਭੂ ਦੇ ਨਾਲ ਲਾਇਆ ਨਹੀਂ ਹੈ। ਕਹਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਾਵਤਾਂ ਵਾਲੀਆਂ ਗੱਲਾਂ ਤਾਂ ਬੜੀਆਂ ਸੁਣੀਆਂ, ਪਾਓ ਕਹਾਣੀਆਂ ਤਾਂ ਬਹੁਤ ਸੁਣੀਆਂ, ਜਾਂ ਇੱਦਾਂ ਕਹਿ ਲਓ ਕਹਿਤ ਤਾਂ ਬੜੀ ਸੁਣੀ, ਪ੍ਰਸਿੱਧੀ ਵਡਿਆਈ ਤਾਂ ਲੋਕਾਂ ਕੋਲੋਂ ਬੜੀ ਸੁਣੀ ਵੀ ਉਹਦੇ ਕੋਲ ਚਲੇ ਜਾਓ, ਫਲਾਣੇ ਕੋਲ ਚਲੇ ਜਾਓ, ਇਵੇਂ ਵੀ ਬਹੁਤ ਸੁਣੇ। ਅਤੇ ਜਿਨ੍ਹਾਂ ਕੋਲ ਗਏ ਉਹਨਾਂ ਕੋਲ ਕਹਿਣੀ ਤਾਂ ਬੜੀ ਦੇਖੀ, ਕਹਾਵਤਾਂ ਬੜੀਆਂ ਸੁਣੀਆਂ, ਪਰ ਰਹਿਤ ਵਿੱਚ ਕੋਈ ਨਹੀਂ ਸੀ। ਰਹਿਣੀ ਜਦੋਂ ਦੇਖੀ ਦੀ ਸੀ ਅਤੇ ਮਨ ਵਿੱਚ ਖੁਸ਼ੀ ਨਹੀਂ ਆਈ, ਮਨ ਦੇ ਵਿੱਚ ਸ਼ਰਧਾ ਨਹੀਂ ਬਣੀ। ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹਉ ਕਿਆ ਕਹੋ। ਪਰਮਾਤਮਾ ਦੇ ਨਾਮ ਨੂੰ ਛੱਡ ਕਰਕੇ ਹੋਰ ਪਾਸੇ ਹੀ ਲੱਗੇ ਸਨ ਸਾਰੇ, ਆਪੋ ਆਪਣਾ ਨਾਮ ਜਪਾਉਣ ਵਿੱਚ,
ਆਪਣੇ ਨਾਲ ਜੋੜਨ ਵਾਲੇ ਬਹੁਤੇ, ਪਰ ਉਹਨਾਂ ਦੇ ਕਹਿੰਦੇ ਗੁਣ ਜਿਹੜੇ ਨੇ ਐਸਿਆਂ ਦੇ ਗੁਣਾਂ ਨੂੰ ਕੀ ਗੇਨਾ ਕਰੀਏ, ਐਵੇਂ ਸਮਾਂ ਖਰਾਬ ਹੀ ਕਰਨਾ ਹੈ। ਕਿਉਂਕਿ ਪ੍ਰਮਾਤਮਾ ਨੂੰ ਛੱਡ ਕਰਕੇ ਉਹ ਦੂਜੇ ਪਾਸੇ ਹੀ ਲੱਗੇ ਹੋਏ ਸਨ। ਉਹਨਾਂ ਦੇ ਜਿਹੜੇ ਗੁਣ ਔਗਣ ਨੇ ਉਹਨਾਂ ਨੂੰ ਕੀ ਆਖੀਏ, ਕੀ ਕਹਿਣਾ ਕਰੀਏ। ਤਾਂ ਕਹਿਣ ਲੱਗੇ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਭਿਖਾ ਨਾਮੀ ਭੱਟ ਜੀ ਕਹਿੰਦੇ ਹੁਣ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਮਿਲ ਪਏ ਹਨ, ਅਤੇ ਜਿਹੜਾ ਨੇ ਕਿਰਪਾ ਕਰਕੇ ਸਾਨੂੰ ਦਈਏ ਪ੍ਰੇਰਕ ਵਾਹਿਗੁਰੂ ਕਿਰਪਾਲੂ ਪਰਮਾਤਮਾ ਦੇ ਨਾਲ ਸਾਨੂੰ ਮਿਲਾ ਦਿੱਤਾ ਹੈ। ਹੁਣ ਜਿਵੇਂ ਤੁਸੀਂ ਮਹਾਰਾਜ ਸਾਹਿਬ ਜੀ ਕਿਰਪਾ ਕਰੋਗੇ ਨਾ, ਸਾਨੂੰ ਆਪਣੀ ਸ਼ਰਨ ਵਿੱਚ ਰੱਖੋਗੇ, ਅਸੀਂ ਉਵੇਂ ਹੀ ਰਹਿਣਾ ਕਰਾਂਗੇ। ਤੁਹਾਡੀ ਕਿਰਪਾ ਨਾਲ ਸੱਚੇ ਪਾਤਸ਼ਾਹ ਅਸੀਂ ਪ੍ਰਮਾਤਮਾ ਨਾਲ ਮਿਲ ਗਏ ਹਾਂ, ਬ੍ਰਹਮ ਗਿਆਨ ਵਿੱਚ ਸਥਿਤ ਹੋ ਗਏ ਸੀ ਨਾ, ਹਿਰਦਿਆਂ ਵਿੱਚ ਬ੍ਰਹਮ ਗਿਆਨ ਹੋ ਗਿਆ। ਇਵੇਂ ਸਤਿਗੁਰੂ ਦੀ ਇਹ ਵਡਿਆਈ ਕਰ ਰਹੇ ਹਨ। ਸਾਧ ਸੰਗਤ ਹੁਣ 2 ਸਵਈਏ ਭੱਟ ਭਿਖਾ ਜੀ ਦੇ ਸਮਾਪਤੇ ਹੋ ਗਏ ਨੇ, ਅਤੇ ਅਗਲੇ ਸਵਈਆਂ ਦੇ ਵਿੱਚ ਭੱਟ ਸੱਲ ਸਾਹਿਬ ਜੀ ਬੇਨਤੀ ਕਰਦੇ ਨੇ, ਪਹਿਰ ਸਮਾਧ ਸਨਾਹੋ, ਗਿਆਨ ਹੈ ਆਸਣ ਚੜ੍ਹਿਓ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਆਪ ਜੀ ਨੇ ਜੰਗ ਕਰਨਾ ਕੀਤਾ ਹੈ। ਤੁਸੀਂ ਬਹੁਤ ਵੱਡੇ ਸੂਰਮੇ ਹੋ, ਯੋਧੇ ਹੋ, ਤੁਸੀਂ ਕਾਮ ਆਦਿਕਾਂ ਦੇ ਨਾਲ ਯੁੱਧ ਕੀਤਾ ਹੈ। ਮਹਾਰਾਜ ਸਾਹਿਬ ਤੁਸੀਂ ਹੁਣ ਵਿਸ਼ਿਆਂ ਰੂਪ ਸ਼ਸਤਰਾਂ ਦੀ ਚੋਟ ਤੋਂ, ਜ਼ਖਮ ਤੋਂ ਬਚਣ ਵਾਸਤੇ ਕੀ ਕੀਤਾ, ਪਹਿਰ ਸਮਾਧ ਸਨਾਹੋ। ਜਿਹੜੀ ਸਮਾਧੀ ਲਾਉਣੀ ਨਾ ਪਰਮਾਤਮਾ ਦੇ ਵਿੱਚ ਨਿਰਵਿਕਲਪ, ਜਿੱਥੇ ਆ ਇੱਕ ਰਸ ਵਿੱਚ, ਉਹ ਸੱਚੇ ਪਾਤਸ਼ਾਹ ਆਪ ਜੀ ਨੇ ਸਨਾਹੋ ਸੰਜੋਗ ਪਹਿਨੀ ਹੋਈ ਹੈ, ਬ੍ਰਹਮ ਗਿਆਨ ਦੇ ਵਿੱਚ ਟਿਕਣ ਰੂਪ। ਅਤੇ ਫਿਰ ਮਹਾਰਾਜ ਸਾਹਿਬ ਜੀ ਆਪ ਜੀ ਨੇ ਗਿਆਨ ਹੈ ਆਸਣ ਚੜ੍ਹਿਓ, ਅਤੇ ਆਪ ਜੀ ਬ੍ਰਹਮ ਗਿਆਨ ਦੇ ਵਿੱਚ ਜਿਹੜੇ ਅਸਥਿਤ ਹੋ, ਟਿਕੇ ਹੋ, ਐਸੇ ਆਸਣ ਦੇ ਵਿੱਚ ਆਪ ਜੀ ਮਹਾਰਾਜ ਸਾਹਿਬ ਜੀ ਐਸੇ ਘੋੜੇ 'ਤੇ, ਬ੍ਰਹਮ ਗਿਆਨ ਰੂਪੀ ਘੋੜੇ 'ਤੇ ਤੁਸੀਂ ਚੜ੍ਹੇ ਹੋਏ ਹੋ। ਧਰਮ ਧਨਖ ਕਰ ਗਹਿਓ, ਭਗਤ ਸੀਲ ਹੈ ਸਰ ਲੜਿਓ। ਜਿਹੜਾ ਧਰਮ ਨੂੰ ਧਾਰਨ ਕਰਨਾ ਨਾ, ਸਵੈ ਧਰਮ, ਇਹ ਧਰਮ ਨੂੰ ਧਾਰਨ ਕਰਨ ਰੂਪੀ ਹੀ ਤੁਸੀਂ ਧਨੁੱਖ ਤੀਰ ਕਮਾਨ ਫੜਿਆ ਹੋਇਆ ਹੈ। ਕਿੱਥੇ ਫੜਿਆ ਹੋਇਆ ਹੈ? ਕਰ ਹੱਥ ਦੇ ਵਿੱਚ। ਕਿਹੜੇ ਹੱਥ ਵਿੱਚ? ਮਨ ਰੂਪ ਹੱਥ ਦੇ ਵਿੱਚ ਧਰਮ ਨੂੰ ਪਕੜਿਆ ਹੋਇਆ ਹੈ, ਧਰਮ ਰੂਪੀ ਕਮਾਨ ਨੂੰ, ਤੀਰ ਕਮਾਨ ਨੂੰ। ਭਗਤ ਸੀਲ ਹੈ ਸਰ ਲੜਿਓ। ਭਗਤੀ 'ਤੇ ਜਿਹੜਾ ਆਪ ਜੀ ਦਾ ਸੀਲ ਸੁਭਾਅ ਹੈ, ਜਤ ਸਤ ਆਦਿਕ ਸਰ, ਇਹਨਾਂ ਬਾਣਾਂ ਦੇ ਨਾਲ, ਤੀਰਾਂ ਦੇ ਨਾਲ ਆਪ ਜੀ ਲੜਨਾ ਕੀਤਾ, ਯੁੱਧ ਕਰਨਾ ਕੀਤਾ ਹੈ। ਧਰਮ ਆਪ ਜੀ ਦਾ ਧਨੁੱਖ ਹੈ, ਕਮਾਨ ਹੈ, ਮਨ ਰੂਪੀ ਹੱਥ ਵਿੱਚ ਫੜਿਆ ਹੋਇਆ, ਅਤੇ ਇਸ ਧਰਮ ਰੂਪੀ ਧਨੁੱਖ ਤੋਂ ਬਾਣ ਕਿਹੜੇ ਆਪ ਜੀ ਨੇ ਚਲਾਏ ਹਨ? ਸੀਲ ਧਰਮ ਦੇ। ਜਪ ਤਪ ਸੰਜਮ ਸੇਵਾ, ਇਹ ਸਾਰੇ ਸ਼ੁਭ ਗੁਣਾਂ ਰੂਪੀ ਮਹਾਰਾਜ ਆਪ ਜੀ ਦੇ ਸਾਰ ਇਹ ਤੀਰ ਹਨ ਵਿੱਚੋਂ ਛੱਡੇ ਹੋਏ। ਐਸਾ ਮਹਾਰਾਜ ਸਾਹਿਬ ਜੀ ਨੇ ਆਪ ਜੀ ਨੇ ਯੁੱਧ ਕੀਤਾ ਹੈ। ਭੈ ਨਿਰਭਉ ਹਰ ਅਟਲ, ਮਨ ਸ਼ਬਦ ਗੁਰ ਨੇਜਾ ਗੱਡਿਓ। ਫਿਰ ਸੱਚੇ ਪਾਤਸ਼ਾਹ ਆਪ ਜੀ ਨੇ ਸਤਿਗੁਰੂ ਦੇ ਉਪਦੇਸ਼ ਦੇ ਦੁਆਰਾ ਸੰਸਾਰ ਨੂੰ ਭੈ ਤੋਂ ਨਿਰਭੈ ਕਰਨ ਵਾਲਾ, ਹਰੀ ਦਾ ਜਿਹੜਾ ਪਰਮੇਸ਼ਰ ਦਾ ਜੋ ਨਾਮ ਹੈ, ਇਹ ਮਨ ਦੇ ਵਿੱਚ ਧਾਰਨ ਕੀਤਾ ਹੈ। ਭੈ ਨਿਰਭਉ ਹਰ ਅਟਲ, ਜੋ ਅਟਲ ਜਿਹੜਾ ਪ੍ਰਮਾਤਮਾ ਵਾਹਿਗੁਰੂ ਹੈ, ਪਰਮੇਸ਼ਰ ਜੋ ਹੈ, ਭੈ ਨਿਰਭਉ, ਡਰ ਤੋਂ ਰਹਿਤ, ਜੋ ਉਹਦੇ ਨਾਮ ਕਰਕੇ ਤੁਸੀਂ ਹੋ ਗਏ ਹੋ। ਅਤੇ ਸੱਚੇ ਪਾਤਸ਼ਾਹ ਆਪ ਜੀ ਨੇ ਐਸਾ ਮਨ ਦੇ ਵਿੱਚ ਦ੍ਰਿੜ ਪਰਮਾਤਮਾ ਦੇ ਨਾਮ ਨੂੰ ਧਾਰਨ ਕੀਤਾ, ਜਿਹਦੇ ਧਾਰਨ ਕਰਕੇ ਇਸ ਜੰਗ ਦੇ ਵਿੱਚ, ਇਸ ਮੈਦਾਨੇ ਜੰਗ ਦੇ ਵਿੱਚ ਆਪ ਜੀ ਨੇ ਅਟਲ ਨੇਜਾ ਗੱਡ ਦਿੱਤਾ ਹੈ, ਪਰਪੱਕ ਨੇਜਾ ਗੱਡ ਦਿੱਤਾ ਆਪਣੀ ਜਿੱਤ ਦਾ। ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬੇਖੰਡਿਓ। ਮਹਾਰਾਜ ਸਾਹਿਬ ਜੀ ਆਪ ਜੀ ਨੇ ਇਹਨਾਂ ਸ਼ਸਤਰਾਂ ਨੂੰ ਧਾਰਨ ਕਰਕੇ, ਧਰਮ ਦੇ ਕਮਾਨ ਕਰਕੇ, ਸ਼ੁਭ ਗੁਣਾਂ ਰੂਪੀ ਤੀਰਾਂ ਦੇ ਨਾਲ, ਸੀਲ ਧਰਮ ਦੇ ਨਾਲ ਆਪ ਜੀ ਨੇ ਸੱਚੇ ਪਾਤਸ਼ਾਹ ਪ੍ਰਭੂ ਦੇ ਸ਼ਬਦ ਦੇ ਦੁਆਰਾ ਸਤਿਗੁਰੂ ਆਪ ਜੀ ਨੇ ਜਿਹੜਾ ਨੇਜਾ ਗੱਡ ਦਿੱਤਾ। ਅਤੇ ਜਿਹੜੇ ਦੁਸ਼ਮਣ ਸਨ ਆਪ ਜੀ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ
ਅਪਾਤ ਨਾਮ ਹੰਕਾਰ ਦਾ ਹੈ। ਇਹਨਾਂ ਦੂਤਾਂ ਨੂੰ ਆਪ ਜੀ ਨੇ ਵਿਖੰਡਿਓ ਵਿਸ਼ੇਸ਼ ਕਰਕੇ ਨਾਸ਼ ਕਰ ਦਿੱਤਾ ਹੈ, ਸਾਰੇ ਤੋੜ ਦਿੱਤੇ ਨੇ, ਖਤਮ ਕਰ ਦਿੱਤੇ ਹਨ। ਭਲੋ ਕੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ। ਹੇ ਭਲੋ ਭੱਲੇ ਜਾਤੀ ਦੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ, ਗਰੀਬ ਨਵਾਜ ਭੂਹਾਲ ਨਾਮੇ ਸੰਗਿਆ ਦਾ। ਭੱਲੇ ਗਿਣਤੀ ਵਾਲੇ, ਭੱਲੇ ਜਾਤੀ ਵਾਲੇ ਗੁਰੂ ਅਮਰਦਾਸ ਸਾਹਿਬ ਜੀ, ਬਾਬਾ ਤੇਜ ਭਾਣ ਦੇ ਤੇਜੋ ਤਣਾ ਸੁਪੁੱਤਰ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਨਿਰਪਤ ਨਾਥ, ਜਿਹੜੇ ਰਾਜਿਆਂ ਦੇ ਵੀ ਰਾਜੇ ਹਨ, ਰਾਜਿਆਂ ਦੇ ਵੀ ਸਵਾਮੀ ਹਨ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਉਹਨਾਂ ਕੋਲੋਂ ਆਪ ਜੀ ਨੂੰ ਵਰ ਜਿਹੜਾ ਹੈ ਨਾ, ਗੁਰੂ ਅੰਗਦ ਦੇਵ ਸਾਹਿਬ ਨੂੰ ਵਰ ਮਿਲਿਆ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਰ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਉਹਨਾਂ ਦੇ ਵਰ ਕਰਕੇ ਗੁਰ ਅਮਰਦਾਸ ਸੱਚ ਸਲ ਭਾਣ, ਤੈ ਦਲ ਜਿੱਤੋ ਇਵ ਜੁੱਧ ਕਰ। ਗੁਰੂ ਨਾਨਕ ਸਾਹਿਬ ਦੇ ਵਰ ਕਰਕੇ ਹੀ ਮਹਾਰਾਜ ਸਾਹਿਬ ਜੀ ਭੱਟ ਸਲ ਸਾਹਿਬ ਕਹਿ ਰਹੇ ਨੇ, ਇਵੇਂ ਤੁਸੀਂ ਮਹਾਰਾਜ ਸਾਹਿਬ ਜੀ ਐਸਾ ਯੁੱਧ ਕੀਤਾ ਹੈ। ਐਸੇ ਯੁੱਧ ਕਰਕੇ ਆਪ ਜੀ ਨੇ ਦੁਸ਼ਮਣਾਂ ਦਾ, ਵੈਰੀਆਂ ਦਾ ਜਿਹੜਾ ਦਲ ਹੈ ਨਾ, ਸਮੂਹ ਸਮੁਦਾਇ, ਇਹ ਜਿੱਤ ਲੈਣਾ ਕੀਤਾ ਹੈ। ਇਵੇਂ 20 ਸਵਈਏ ਹੋ ਗਏ, ਇੱਕ ਬਾਕੀ ਹੋਰ ਰਹਿ ਗਿਆ ਸਾਧ ਸੰਗਤ ਭੱਟ ਭੱਲ ਸਾਹਿਬ ਜੀ ਦਾ। ਘਨ ਹਰ ਬੂੰਦ ਬਸੋਰ ਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਸਾਧ ਸੰਗਤ ਘਨ ਹਰ ਬੂੰਦ, ਬਦਲਾਂ ਦੀਆਂ ਜਿਹੜੀਆਂ ਬੂੰਦਾਂ ਜਦੋਂ ਵਰਖਾ ਹੁੰਦੀ ਨਾ, ਕਣੀਆਂ ਧਰਤੀ 'ਤੇ ਡਿੱਗਦੀਆਂ ਨੇ, ਇਹਨਾਂ ਦੀ ਕੋਈ ਗਿਣਤੀ ਕੋਈ ਨਹੀਂ ਹੈ, ਇਹਨਾਂ ਦੀ ਕੋਈ ਸਾਧ ਸੰਗਤ ਕੋਈ ਅੰਤ ਨਹੀਂ ਹੈ। ਅਤੇ ਜਿਹੜੀ ਧਰਤੀ 'ਤੇ ਪ੍ਰਿਥਵੀ 'ਤੇ ਬਨਸਪਤੀ ਹੈ, ਜੋ ਬਸੋਰ ਮਾਵਲ, ਪ੍ਰਿਥਵੀ ਦੇ ਉੱਪਰ ਜੋ ਪੈਦਾ ਹੋਏ ਬੂਟੇ ਨੇ, ਰੁੱਖ ਨੇ, ਸਾਰੀ ਹੀ ਇਹ ਬਨਸਪਤੀ, ਇਹ ਵੀ। ਔਰ ਕੁਸਮ ਬਸੰਤ ਗਨੰਤ ਨਾ ਆਵੇ। ਅਤੇ ਜਦੋਂ ਰੁੱਤ ਆਉਂਦੀ ਹੈ ਫੁੱਲ ਖਿੜਨ ਦੀ, ਬਹਾਰ ਆਉਂਦੀ ਹੈ, ਬਸੰਤ ਰੁੱਤ ਆਉਂਦੀ, ਉਸ ਵੇਲੇ ਫੁੱਲਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ, ਇਹ ਗਿਣਤੀ ਵਿੱਚ ਨਹੀਂ ਆਉਂਦਾ। ਬੇਸ਼ੱਕ ਇਹਨਾਂ ਨੂੰ ਕੋਈ ਇਸ ਤਰ੍ਹਾਂ ਮੰਨ ਲਵੇ, ਪਰ ਇਹ ਵੀ ਗੱਲ ਹੈ ਕਿ ਕੋਈ ਐਸੀ ਬੁੱਧੀ ਦਾ ਚਤੁਰ ਸਿਆਣਾ ਹੋਵੇ, ਐਸਾ ਧਨੀ ਬੰਦਾ ਹੋਵੇ ਸੋਚਦਾ, ਜਿਹੜਾ ਇਹਨਾਂ ਨੂੰ ਗਿਣ ਸਕੇ। ਮੰਨ ਲਵੋ ਇਹ ਗਿਣੇ ਜਾਣ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਫਿਰ ਨਾ ਰਵ ਜਿਹੜਾ ਹੈ ਨਾ ਸੂਰਜ, ਅਤੇ ਸਸ ਜਿਹੜਾ ਚੰਦਰਮਾ, ਦੋਵਾਂ ਦੀਆਂ ਜਿਹੜੀਆਂ ਕਿਰਨਾਂ ਨੇ, ਇੱਕ ਦਿਨ ਵੇਲੇ ਅਤੇ ਇੱਕ ਰਾਤ ਵੇਲੇ ਆਪਣੀਆਂ ਕਿਰਨਾਂ ਪਾਉਂਦਾ ਧਰਤੀ 'ਤੇ, ਇਹਨਾਂ ਦੀ ਗਿਣਤੀ। ਉਧਰ ਸਾਗਰ ਕੋ, ਸਾਗਰ ਸਮੁੰਦਰ ਦਾ ਜਿਹੜਾ ਉਧਰ ਪੇਟ ਹੈ, ਇਹ ਕੌਣ ਇਹਦਾ ਅੰਤ ਪਾ ਸਕਦਾ ਹੈ। ਅਤੇ ਗੰਗ ਤਰੰਗ ਅੰਤ ਕੋ ਪਾਵੇ, ਗੰਗਾ ਦੀਆਂ ਲਹਿਰਾਂ ਕਿੰਨੀਆਂ ਨੇ, ਇਹਨਾਂ ਵੀ ਕੋਈ ਅੰਤ ਨਹੀਂ ਪਾ ਸਕਦਾ। ਇਹ ਇੱਕ ਸਵਾਲੀਆ ਹੈ। ਪਰ ਜੇਕਰ ਕੋਈ ਕਿੰਤੂ ਕਰੇ ਵੀ ਮੈਂ ਗਿਣ ਲਵਾਂਗਾ, ਅਤੇ ਮੰਨ ਲਓ ਉਹ ਇਹਨਾਂ ਨੂੰ ਬੇਸ਼ੱਕ ਗਿਣ ਸਕਦਾ ਹੋਵੇਗਾ, ਇੰਨੀ ਕਿਸੇ ਵਿੱਚ ਖੋਜ ਵਾਲੀ ਬੁੱਧੀ ਹੋਵੇਗੀ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੇ। ਫਿਰ ਰੁਦਰ ਨਾਮ ਹੈ ਸ਼ਿਵ ਜੀ, ਜਿਹੜਾ ਹੈ 88,000 ਜੋ ਕਹਿੰਦੇ ਸਮਾਧੀ ਲਗਾ ਕੇ ਰੱਖ ਲੈਂਦਾ, ਇੰਨੀ ਸਮਾਧੀ ਲੰਬੀ ਲਾ ਲੈਂਦਾ ਹੈ। ਤਾਂ ਸ਼ਿਵ ਜੀ ਦੇ ਕਹਿੰਦੇ ਧਿਆਨ ਗਿਆਨ ਦਾ ਵੀ ਕੋਈ ਅੰਤ ਨਹੀਂ ਹੈ, ਪਰ ਕਹਿੰਦੇ ਸਾਰਾ ਕੁਝ ਪਾ ਲਿਆ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ, ਸਤਿਗੁਰੂ ਸਾਹਿਬ ਦੇ ਗਿਆਨ ਸਦਕਾ ਪਾ ਲਿਆ ਜਾ ਸਕਦਾ ਹੈ। ਗਿਆਨ ਸਦਕਾ ਮੰਨ ਲੈਣਾ ਕਰੋ ਇਹਨਾਂ ਗੱਲਾਂ ਨੂੰ ਕਿ ਸੂਰਜ ਦੀਆਂ, ਚੰਦਰਮਾ ਦੀਆਂ ਕਿਰਨਾਂ ਗਿਣੀਆਂ ਜਾ ਸਕਦੀਆਂ ਨੇ, ਸਮੁੰਦਰ ਦਾ ਪੇਟ ਮਾਪਿਆ ਜਾ ਸਕਦਾ ਹੈ। ਸ਼ਿਵ ਜੀ ਦੀ ਜਿਹੜੀ ਹੈ ਇਹ ਸਮਾਧੀ ਨੂੰ ਪਤਾ ਲਗਾਇਆ ਜਾ ਸਕਦਾ ਕਿੰਨੇ ਵਰ੍ਹਿਆਂ ਦੀ, ਕਿੰਨੇ ਸਾਲਾਂ ਦੀ ਹੈ। ਪਰ ਸਾਰਾ ਕੁਝ ਤਾਂ ਹੋ ਸਕਦਾ ਹੈ, ਗਿਣਿਆ ਜਾ ਸਕਦਾ ਫੁੱਲਾਂ ਨੂੰ, ਪ੍ਰਕਿਰਤੀ ਦੇ ਰੁੱਖ ਪੌਦਿਆਂ ਨੂੰ। ਪਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਭੱਲਿਆਂ ਦੀ ਕੁਲ ਵਿੱਚ ਪੈਦਾ ਹੋਏ, ਅਵਤਾਰ ਧਾਰਨ ਕਰਨ ਵਾਲੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਗੁਣ ਹਨ, ਇੰਨੇ ਚੰਗੇ ਗੁਣ ਹਨ। ਭੱਲੇ ਅਰਥ ਸਾਧ ਸੰਗਤ ਭੱਲੇ ਕੁਲ ਵਿੱਚੋਂ, ਅਤੇ ਭਲੇ ਜੇ ਕਹੋਗੇ ਤਾਂ ਚੰਗੇ ਗੁਣਾਂ ਵਾਲੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ
ਆਪ ਜੀ ਦੀ ਉਪਮਾ ਤੇ ਆਪ ਜੀ ਨੂੰ ਹੀ ਬਣਾਉਂਦੀ ਹੈ। ਕੋਈ ਐਸੀ ਵਸਤੂ ਨਹੀਂ ਜਿਹਦੇ ਨਾਲ ਉਪਮੇय ਰੂਪ ਵਿੱਚ ਆਪ ਜੀ ਨੂੰ ਉਪਮਾਨ ਰੂਪ ਕਰਕੇ ਕਥਨ ਕੀਤਾ ਜਾਵੇ। ਕਿਸੇ ਵਸਤੂ ਦੀ ਤੁਹਾਡੇ ਨਾਲ ਉਪਮਾ ਦਿੱਤੀ ਜਾਵੇ। ਤੁਸੀਂ ਮਹਾਰਾਜ ਆਪ ਜੀ ਵਰਗੇ ਤੁਸੀਂ ਆਪ ਹੀ ਹੋ, ਤੁਹਾਡੇ ਨਾਲ ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਆਪ ਜੀ ਦੇ ਗੁਣ ਮਹਾਰਾਜ ਸਾਹਿਬ ਜੀ ਇੰਨੇ ਹਨ। ਆਪ ਜੀ ਅਨੇਕਾਂ ਗੁਣਾਂ ਦੇ ਮਾਲਕ ਹੋ, ਧਨੀ ਹੋ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ। ਇਵੇਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ 22 ਸਵਈਆਂ ਦੀ ਸਮਾਪਤੀ ਹੋਈ ਹੈ। ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ